हर गोबिंद नो सिमरो श्री हर राय। श्री हर कृष्ण ध्याइए इस डिठे सब दुख जाए। श्री हर कृष्ण ध्याइए इस डिठे सब दुख जाए। तेग बहादुर सिमरे तेग बहादुर सिमरे कर नौ निद आवे थाए। सब थाई हुए सहाय तेग बहादुर सिमरे तेग बहादुर सिमरे कर नौ निद आवे हाय। तेग बहादुर सिमरे ਵੱਡਾ ਤੇਰਾ ਦਰਬਾਰ ਸੱਚਾ ਤੁਝ ਤਖਤ ਸਿਰਸ਼ਾਹ ਬਾਦਸ਼ਾਹੋ ਨੇਤਲ ਚੌਰ ਛਤ। ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਰੰਗ ਨੇ ਜਪਨ ਕਰਤਬਾ। जी आंदर जी सब जान ला सब तेरे वास्ते कर भला। तेरे घर आनंद बधाई तुद घर मान महता ते अपना आप जार। सर्ब कला भरपूर दिसै जग कथा नानक दासन दास तुदे आगे बिनवता। तेरा जी तेरा नाम सत है श्री वाहिगुरु। पौड़ी वड्डी वड्डा पार तेरा मर्तबा रंग बरंग ने ना जपन करतबा। जी अंदर जियो सब जान ला सब तेरे वास्ते कर भला। तेरे कर आनंद बधाई तुद घर मान मता तेज अपना आप जारे। सर्ब कला भरपूर दिसै जत कदा नानक दासन दास तुदे आगे बिनवता। श्लोक पवन गुरु बाणी पिता माता तरत महत। दिवस रात दोए दाई दाया खेलै सगल जगत। चगियाइयां बुराइयां वाचै धर्म हदूर। करमियां पो अपनी के नेड़े के दूर। जिनी नाम ते आया गए मशक्कत काल। नानक ते मुखे उजले खेती छुटे नाल। नानक ते मुखे उजले खेती छुटे नाल। वाहिगुरु जी का खालसा वाहिगुरु जी की फतेह। श्री वाहिगुरु। गुरु नानक पाद सिमरो अंगद दुख। गुर अमरदास हृदय नित त्यागो हृदय। श्री गुरु राम
ਗੁਰੂ ਅਰਜਨ ਬਿਘਨਨ ਕੇ ਬਿਘਨਨ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਵਾਹਿਗੁਰੂ ਸਾਹਿਬ ਜੀ ਦੋਹਰਾ ਕਿਛਕ ਸਿੰਘ ਸਾਥੀ ਹੋਏ ਸਿੱਖ ਘੋੜਾ ਮਲ ਜਾਣ। ਚੜਿਓ ਸ਼ਾਹ ਨਿਵਾਜ ਪਰ ਸਿੰਘਨ ਕੋ ਰਖ ਤਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜਿਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਚਬਰ ਛਤਰ ਤਖਤ ਦੇ ਮਾਲਕ ਦੇਨਾ ਬੰਧੂ ਭਗਤ ਵਛਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਾਹਿਬ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਰਿੱਧੀਆਂ ਸਿੱਧੀਆਂ ਦੇ ਦਾਤੇ ਬੇਅੰਤ ਕਲਾਮਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਔਰ ਅੱਸੂ ਦੇ ਮਹੀਨੇ ਦੀ ਸਕਰਾਂਤ ਦਾ ਦਿਨ ਜਾਣ ਕੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅੱਸੂ ਦੇ ਮਹੀਨੇ ਦੁਆਰਾ ਸਤਿਗੁਰਾਂ ਦਾ ਉਪਦੇਸ਼ ਹੈ ਕਿ ਜਿਨ੍ਹਾਂ ਅੰਦਰ ਆਪਣੇ ਮਾਲਕ ਦਾ ਪ੍ਰੇਮ ਹੈ ਉਹਨਾਂ ਅੰਦਰ ਉਮਾ ਹੈ ਕਿ ਕਿਵੇਂ ਆਪਣੇ ਹਰੀ ਮਾਲਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਜਾ ਕੇ ਮਿਲੀਏ, ਉਹਦੇ ਦਰਸ਼ਨ ਕਰੀਏ। ਸੰਤ ਜਨ ਪ੍ਰੇਮ ਕਰਨ ਵਾਲਿਆਂ ਦੇ ਮਦਦਗਾਰ ਹੁੰਦੇ ਹਨ, ਉਸ ਅਕਾਲ ਪੁਰਖ ਨਾਲ ਮਿਲਾਉਣ ਵਿੱਚ ਸਹਾਈ ਹੁੰਦੇ ਹਨ। ਬਿਨਾਂ ਪ੍ਰੇਮ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਨਹੀਂ ਪਹੁੰਚਿਆ ਜਾ ਸਕਦਾ। ਅੱਸੂ ਦੇ ਮਹੀਨੇ 'ਚੋਂ ਜੀਵ ਰੂਪੀ ਇਸਤਰੀਆਂ ਸੁੱਖ ਨਾਲ ਵਸਦੀਆਂ ਨੇ, ਜਿਨ੍ਹਾਂ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੁੰਦੀ ਹੈ, ਸਤਿਗੁਰਾਂ ਦਾ ਤਰਸ ਹੁੰਦਾ ਹੈ। ਗੁਰੂ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਜੀ
ਅੱਸੂ ਦਾ ਚੜ੍ਹਿਆ ਹੋਇਆ ਇਹ ਮਹੀਨਾ ਆਪਣੀ ਸੰਗਤ ਕਰਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਭਲੇ ਕਰਦਿਆਂ, ਪਰਉਪਕਾਰ ਕਰਦਿਆਂ ਸੁੱਖਾਂ ਦਾ ਬਤੀਤ ਕਰਾਵਣ। ਇਹ ਅਰਦਾਸ ਕਰਨ ਵਾਸਤੇ ਆਪ ਸਾਰੀ ਸੰਗਤ ਗੁਰੂ ਚਰਨਾਂ 'ਚ ਜੁੜ ਬੈਠੇ ਹੋ। ਉੱਥੇ ਨਾਲ ਗੁਰੂ ਪੰਥ ਦਾ ਇਤਿਹਾਸ ਬਹੁਤ ਹੀ ਭਾਵਨਾ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਮੀਰ ਮੰਨੂ ਨੇ ਖਾਲਸੇ ਤੇ ਹਮਲਾ ਬੋਲਣ ਵਾਸਤੇ ਦੀਨਾ ਬੇਗ ਨੂੰ ਭੇਜਿਆ, ਨਾਲ ਦੀਵਾਨ ਕੌੜਾ ਮੱਲ ਜੀ ਨੂੰ ਵੀ ਭੇਜਿਆ। ਉਹਨਾਂ ਨੂੰ ਮਜਬੂਰੀ ਵਸ ਆਉਣਾ ਪਿਆ ਹੈ। ਰਾਮ ਰੌਣੀ ਕਿਲਾ ਜੋ ਸਿੰਘਾਂ ਨੇ ਉਸਾਰਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਜੰਗ ਹੋਇਆ। ਕੁਝ ਸਮਾਂ ਜੰਗ ਹੁੰਦਾ ਰਿਹਾ। ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜੋ ਪਹਿਲਾਂ ਖਾਲਸੇ ਤੋਂ ਕਿਸੇ ਮਤ ਭੇਦ ਕਰਕੇ ਵੱਖਰੇ ਹੋ ਕੇ ਅਦੀਨਾ ਬੇਗ ਕੋਲ ਨੌਕਰੀ ਕਰ ਰਹੇ ਸੀ, ਉਹ ਵੀ ਅਦੀਨਾ ਬੇਗ ਦੇ ਨਾਲ ਆ ਕੇ ਖਾਲਸੇ ਨਾਲ ਮੋਰਚਾ ਲਾ ਕੇ ਬੈਠੇ ਸਨ। ਪਰ ਉਹਨਾਂ ਦਾ ਮਨ ਨਹੀਂ ਸੀ ਕਿ ਮੈਂ ਸਿੰਘਾਂ ਦੇ ਖਿਲਾਫ ਲੜਾਂ। ਚਿੱਠੀ ਭੇਜੀ ਤੀਰ ਨਾਲ ਬੰਨ੍ਹ ਕੇ ਖਾਲਸਾ ਜੀ ਰਾਮ ਰੌਣੀ ਦੇ ਕਿਲੇ ਵਿੱਚ ਕਿ ਮੈਨੂੰ ਆਪਣੇ ਨਾਲ ਰਲਾਓ। ਪੰਥ ਨੇ ਆਖਿਆ ਹੁਣ ਹੀ ਵੇਲਾ ਹੈ ਰਲਣ ਦਾ, ਮੁੜ ਕੇ ਨਹੀਂ ਰਲ ਹੋਣਾ। ਸਰਦਾਰ ਜੱਸਾ ਸਿੰਘ ਜੀ ਆਪਣੇ ਨਾਲ ਦੇ ਸਾਥੀ ਸਿੰਘਾਂ ਸਮੇਤ ਰਾਮ ਰੌਣੀ ਦੇ ਕਿਲੇ 'ਚ ਆ ਪਹੁੰਚੇ। ਤੁਰਕਾਂ ਦੇ ਸਿਰ ਪਾਣੀ ਪਿਆ। ਉਧਰੋਂ ਸ਼ਾਹ ਨਵਾਜ਼ ਨੇ ਮੁਲਤਾਨ ਤੋਂ ਹਮਲਾ ਬੋਲ ਦਿੱਤਾ। ਮੀਰ ਮੰਨੂ ਨੇ ਫੌਜ ਵਾਪਸ ਸੱਦ ਲਈ। ਦੀਵਾਨ ਕੌੜਾ ਮੱਲ ਜੀ ਨੇ ਵਿਚਾਰ ਕੀਤੀ ਦੀਨਾ ਬੇਗ ਨਾਲ ਕਿ ਜੇ ਇਹਨਾਂ ਸਿੰਘਾਂ ਦੀ ਨਾਲ ਮਦਦ ਲਈ ਜਾਵੇ ਤੇ ਸ਼ਾਹ ਨਵਾਜ਼ ਨੂੰ ਮਾਰਿਆ ਜਾਵੇ। ਸਿੰਘਾਂ ਨੇ ਵੀ ਹਾਮੀ ਭਰ ਦਿੱਤੀ। ਸਰਦਾਰ ਜੱਸਾ ਸਿੰਘ ਹੋਣਾ ਨੂੰ ਰਾਮ ਰੌਣੀ ਕਿਲੇ ਦਾ ਪ੍ਰਬੰਧ ਪੰਥ ਨੇ ਸੌਂਪ ਦਿੱਤਾ ਕਿ ਕਿਲੇ ਦਾ ਪ੍ਰਬੰਧ ਜੁੰਮਾ ਤੁਹਾਡਾ ਹੈ। ਉੱਥੋਂ ਸਰਦਾਰ ਜੱਸਾ ਸਿੰਘ ਜੀ ਦੇ ਨਾਂ ਨਾਲ, ਕਿਉਂਕਿ ਕਿਲੇ ਦੇ ਨਾਂ ਦੇ ਨਾਲ ਫਿਰ ਰਾਮ ਰੌਣੀ ਤੋਂ ਰਾਮਗੜ੍ਹ ਪੈ ਗਿਆ, ਤੋ ਜੱਸਾ ਸਿੰਘ ਜੀ ਉਸ ਦਿਨ ਤੋਂ ਬਾਅਦ ਜੱਸਾ ਸਿੰਘ ਰਾਮਗੜੀਆ ਕਹਾਉਣ ਲੱਗ ਪਏ। ਰਾਮਗੜੀਆ ਮਿਸਲ ਦੇ ਬਾਨੀ ਵੀ ਬਣੇ ਔਰ ਇਹ ਮਿਸਲ ਬੜੀ ਬਲੀ ਹੋ ਕੇ ਦੁਆਬੇ ਦੇ ਇਲਾਕੇ 'ਚ ਇੱਧਰ ਹਾਂਸੀ ਹਿਸਾਰ ਤੱਕ ਦੇ ਇਲਾਕੇ ਤੱਕ ਰਾਜ ਕਰਦੀ ਰਹੀ ਹੈ। ਸਰਦਾਰ ਜੱਸਾ ਸਿੰਘ ਹੋਣੀ ਰਾਮਗੜੀਆ 5 ਭਾਈ ਸਨ। ਪੰਥ ਦੀ ਸੇਵਾ ਵਿੱਚ ਸਰਦਾਰ ਜੱਸਾ ਸਿੰਘ ਹੋਣੀ ਬੜੇ ਪਿਆਰ ਭਾਵ ਨਾਲ ਹਾਜ਼ਰ ਰਹੇ। ਬਹੁਤ ਸਾਰੇ ਗੁਰਧਾਮਾਂ ਦੀ ਸੇਵਾ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਕਰਵਾਈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆਪ ਜੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਦੇ ਹੋ, ਉੱਥੇ ਵੀ ਨਾਲ ਸਰਦਾਰ ਜੱਸਾ ਸਿੰਘ ਹੋਣਾ ਨੇ ਸੇਵਾ ਨਿਭਾਈ। ਇਸੇ ਤਰ੍ਹਾਂ ਦਿੱਲੀ ਦਾ ਤਖਤ ਹੀ ਪੁੱਟ ਕੇ ਲੈ ਆਏ ਸੀ, ਉੱਥੋਂ ਸਿਲਾ ਹੀ ਲੈ ਆਏ ਸਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ, ਜੋ ਸਿਲਾ ਅੱਜ ਵੀ ਰਾਮਗੜੀਆਂ ਦੇ ਬੂੰਗੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਉਹ ਸਿਲਾ ਲਿਆ ਕੇ ਸਰਦਾਰ ਜੱਸਾ ਸਿੰਘ ਜੀ ਨੇ ਨੀਵੀਂ ਲਿਆ ਕੇ ਰੱਖੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ। ਆਖਿਆ ਦਿੱਲੀ ਦਾ ਤਖਤ ਇੱਥੇ ਗੁਰੂ ਚਰਨਾਂ 'ਚ ਲੈ ਆਵਾਂਗੇ। ਇਹੋ ਜਿਹੇ ਜਰਨੈਲ ਸਨ ਸਰਦਾਰ ਜੱਸਾ ਸਿੰਘ ਜੀ। ਔਰ ਇਧਰ ਦੀਵਾਨ ਕੌੜਾ ਮੱਲ ਜੀ ਨੇ ਸ਼ਾਹ ਨਵਾਜ਼ ਨੂੰ ਮਾਰਨ ਵਾਸਤੇ ਪ੍ਰਣ ਕੀਤਾ, ਪੰਥ ਦੀ ਮਦਦ ਲਈ ਹੈ। ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਜੀ ਨੂੰ ਕਾਰ ਮੁਖਤਿਆਰੀ ਦੇ ਕੇ ਭੇਜਿਆ ਸ਼ਾਹ ਨਵਾਜ਼ ਨਾਲ ਲੜਨ ਵਾਸਤੇ। ਆਓ ਕਿਵੇਂ ਖਾਲਸੇ ਨੇ ਦੀਵਾਨ ਕੌੜਾ ਮੱਲ ਜੀ ਦੀ ਮਦਦ ਕੀਤੀ ਹੈ। ਦੀਵਾਨ ਕੌੜਾ ਮੱਲ ਜੀ ਭਾਵੇਂ ਸਰਕਾਰ ਦੇ ਕੋਲ ਕੰਮ ਕਰਦੇ ਸੀ, ਪਰ ਗੁਰੂ ਕੇ ਸਿੱਖਾਂ ਨਾਲ ਦੀਵਾਨ ਕੌੜਾ ਮੱਲ ਜੀ ਦਾ ਬੜਾ ਪ੍ਰੇਮ ਸੀ। ਇਸੇ ਕਰਕੇ ਖਾਲਸਾ ਇਹਨਾਂ ਨੂੰ ਮਿੱਠਾ ਮੱਲ ਕਹਿੰਦਾ ਸੀ। ਇਹ ਸਹਿਜਧਾਰੀ ਸਿੱਖ ਸਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕੇ ਸਾਜੇ ਔਰ ਨਿਵਾਜੇ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ ਤੇ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਕਿਛਕ ਸਿੰਘ ਸਾਥੀ ਹੋਏ ਸਿੱਖ ਕੋੜਾ ਮਲ ਜਾਣ। ਦੀਵਾਨ ਕੌੜਾ ਮੱਲ ਜੀ ਨੇ ਵੇਖਿਆ ਕਿ ਕੁਝ ਸਿੰਘ ਸਾਥੀ ਹੋਣ ਵਾਸਤੇ ਨਾਲ ਚੱਲਣ ਲਈ ਤਿਆਰ ਹੋ ਗਏ ਹਨ। ਚੜਿਓ ਸ਼ਾਹ ਨਿਵਾਜ ਪਰ ਸਿੰਘਨ ਕੋ ਰਖ ਤਾਣ। ਦੀਵਾਨ ਕੌੜਾ ਮੱਲ ਜੀ ਨੇ ਤੁਰਕਾਂ ਦੀ ਫੌਜ ਦਾ ਵਿਸ਼ਵਾਸ ਨਹੀਂ ਕੀਤਾ ਵੀ ਇਹ ਮੇਰੇ ਨਾਲ ਚੜ ਕੇ ਚੱਲੇ ਨੇ ਸ਼ਾਹ ਨਵਾਜ਼ ਨਾਲ ਲੜਨ ਲਈ। ਦੀਵਾਨ ਕੌੜਾ ਮੱਲ ਜੀ ਨੇ ਸਿੰਘਾਂ ਦਾ ਤਾਣ ਰੱਖਿਆ ਕਿ ਖਾਲਸਾ ਮੇਰੇ ਨਾਲ ਹੈ। ਕਲਗੀਧਰ ਪਾਤਸ਼ਾਹ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਮੇਰੇ ਨਾਲ ਨੇ, ਉਹਨਾਂ ਦਾ ਤਾਣ ਰੱਖ ਕੇ ਦੀਵਾਨ ਕੌੜਾ ਮੱਲ ਜੀ ਸ਼ਾਹ ਨਵਾਜ਼ ਨੂੰ ਫਤਿਹ ਕਰਨ ਵਾਸਤੇ ਚੜੇ ਹਨ। ਚੌਪਈ ਜਹਾਂ ਖਾਲਸੋ ਦੀਵਾਨ ਸਜਾਵੈ। ਸ਼ਾਹ ਨਵਾਜ਼ ਇਹ ਖਾਨੂ ਦਾ ਲੜਕਾ ਸੀ, ਜ਼ਕਰੀਏ ਦਾ। ਜ਼ਕਰੀਏ ਤੋਂ ਬਾਅਦ ਲਾਹੌਰ ਦਾ ਨਵਾਬ ਜਿਹੜਾ ਬਣਿਆ ਕੁਝ ਸਮੇਂ ਲਈ ਯਹੀਆ ਖਾਨ ਬਣਿਆ, ਜੋ ਸ਼ਾਹ ਨਵਾਜ਼ ਦਾ ਹੀ ਭਰਾ ਸੀ। ਉਹਨੂੰ ਪਾਸੇ ਕਰਕੇ ਮਾਰਨ ਤੋਂ ਬਾਅਦ ਇਹ ਸ਼ਾਹ ਨਵਾਜ਼ ਲਾਹੌਰ ਦਾ ਨਵਾਬ ਬਣਿਆ। ਮੀਰ ਮੰਨੂ ਇਹ ਦਿੱਲੀ ਤੋਂ ਆਇਆ ਚੜ ਕੇ ਲਾਹੌਰ ਤੋਂ, ਉਹਨੇ ਭਜਾ ਕੇ ਸ਼ਾਹ ਨਵਾਜ਼ ਨੂੰ, ਮੀਰ ਮੰਨੂ ਨੇ ਲਾਹੌਰ ਤੇ ਕਬਜ਼ਾ ਕੀਤਾ। ਤੋ ਸ਼ਾਹ ਨਵਾਜ਼ ਚਾਹੁੰਦਾ ਸੀ ਕਿ ਮੈਂ ਲਾਹੌਰ ਤੇ ਮੁੜ ਕੇ ਕਾਬਜ ਹੋਵਾਂ, ਇਸ ਕਰਕੇ ਮੁਲਤਾਨ ਦੇ ਇਲਾਕੇ ਤੋਂ ਚੜ ਕੇ ਆ ਰਿਹਾ ਸੀ। ਤੋ ਦੀਵਾਨ ਕੌੜਾ ਮੱਲ ਜੀ ਨੇ ਉਸ ਵਕਤ ਉਹਦਾ ਮੁਕਾਬਲਾ ਕਰਨ ਵਾਸਤੇ ਜਾਣਾ ਹੈ। ਤੋ ਸਿੰਘਾਂ ਦਾ ਤਾਣ ਜਿਹੜਾ ਖਾਲਸੇ ਦੀ ਮਦਦ ਦਾ ਦੀਵਾਨ ਕੌੜਾ ਮੱਲ ਜੀ ਨੇ ਲਈ ਹੈ। ਇਧਰ ਖਾਲਸੇ ਦਾ ਦੀਵਾਨ ਸਜਦਾ ਹੈ। ਕੌੜਾ ਮੱਲ ਨਿਤ ਪ੍ਰਤ ਤਹ ਆਵੈ। ਸਿੰਘਾਂ ਨੂੰ ਨਾਲ ਲੈ ਕੇ ਦੀਵਾਨ ਜੀ ਲਾਹੌਰ ਤੱਕ ਚਲੇ ਗਏ। ਉੱਥੋਂ ਅੱਗੇ ਵਧਣਾ ਸੀ ਸ਼ਾਹ ਨਵਾਜ਼ ਦੇ ਨਾਲ ਲੜਨ ਵਾਸਤੇ। ਖਾਲਸੇ ਦਾ ਦੀਵਾਨ ਸਜਦਾ ਸੀ ਸਵੇਰੇ ਸ਼ਾਮ ਦੋਵੇਂ ਵੇਲੇ। ਤੋ ਦੀਵਾਨ ਕੌੜਾ ਮੱਲ ਜੀ ਦੋਵੇਂ ਵਕਤ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਹਨ। ਰਹਿਰਾਸ ਸੁਣੈ ਔਰ ਸੁਣੈ ਅਰਦਾਸ। ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਸੁਣਦੇ ਆ ਦੀਵਾਨ ਕੌੜਾ ਮੱਲ ਜੀ। ਸੰਧਿਆ ਸਮੇਂ ਜਦੋਂ ਖਾਲਸੇ ਦਾ ਦੀਵਾਨ ਸਜਦਾ, ਸੋਦਰ ਦੀ ਚੌਂਕੀ ਹੁੰਦੀ ਹੈ, ਰਹਿਰਾਸ ਸਾਹਿਬ ਦੇ ਜਾਪ ਹੁੰਦੇ ਨੇ। ਸਿੱਖ ਕਿਤੇ ਵੀ ਹੋਵੇ ਰਹਿਰਾਸ ਸਾਹਿਬ ਦੀ ਬਾਣੀ ਤੋਂ ਨਹੀਂ ਖੁੰਝਦਾ। ਨਿਤਨੇਮੀ ਸਿੱਖ ਉਹ ਨਿਤਨੇਮ ਜ਼ਰੂਰ ਕਰਦਾ ਰਹਿਰਾਸ ਸਾਹਿਬ ਜੀ ਦਾ। ਹੁਣ ਵੀ ਪੰਥ ਦੀ ਮਰਜ਼ਾਦਾ ਹੈ, ਜਿੱਥੇ ਜਿੱਥੇ ਵੀ ਸਿੰਘ ਹੁੰਦੇ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ ਜਾਂ ਸੁਣਦੇ ਨੇ। ਤੋ ਦੀਵਾਨ ਕੌੜਾ ਮੱਲ ਜੀ ਨੇ ਖਾਲਸੇ ਦੇ ਦੀਵਾਨ ਵਿੱਚ ਸ਼ਾਮ ਨੂੰ ਹਾਜ਼ਰੀ ਭਰਨੀ, ਸੋਦਰ ਦਾ ਪਾਠ ਸੁਣਨਾ ਔਰ ਅਰਦਾਸ ਕਰਾਉਣੀ। ਨਿਤ ਰੋਜ਼ ਦਏ ਖਾਲਸਾ ਪਾਸ। ਹਰ ਰੋਜ਼ ਅਰਦਾਸ ਭੇਟ ਵੀ ਖਾਲਸੇ ਦੇ ਚਰਨਾਂ ਵਿੱਚ ਦੀਵਾਨ ਕੌੜਾ ਮੱਲ ਜੀ ਭੇਟ ਕਰਦੇ ਹਨ। ਲੈ ਆਗਿਆ ਪਾਸ ਸਿੰਘਨ ਬਹੈ। ਔਰ ਖਾਲਸੇ ਕੋਲੋਂ ਆਗਿਆ ਲੈ ਕੇ ਤਾਂ ਦੀਵਾਨ ਕੌੜਾ ਮੱਲ ਜੀ ਖਾਲਸੇ ਦੇ ਦੀਵਾਨ 'ਚ ਬੈਠਦੇ ਨੇ। ਫਤਿਹ ਵਾਹਿਗੁਰੂ ਮੁਖ ਤੇ ਕਹੈ। ਔਰ ਜਦੋਂ ਖਾਲਸੇ ਦੇ ਦੀਵਾਨ ਵਿੱਚ ਆਉਂਦੇ ਨੇ ਤੇ ਸਮੁੱਚੇ ਖਾਲਸੇ ਪੰਥ ਨੂੰ ਹੱਥ ਜੋੜ ਕੇ ਦੀਵਾਨ ਕੌੜਾ ਮੱਲ ਜੀ ਫਤਿਹ ਗਜਾਉਂਦੇ ਹਨ। ਨਿਤ ਪ੍ਰਤ ਕੜਾਹ ਲੈ ਸਿੰਘਨ ਮਿਲੈ। ਨਿਤਾ ਪ੍ਰਤੀ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਉਹ ਸਿੰਘਾਂ ਦੇ ਕੋਲ ਹਾਜ਼ਰ ਹੁੰਦੇ ਹਨ। ਨਿਹੰਗਨ ਰੁਪਈਏ ਪੰਜ ਦਾ ਭਿਲੈ। ਔਰ ਪੰਜ ਸਿੰਘਾਂ ਨੂੰ, ਨਿਹੰਗ ਸਿੰਘਾਂ ਨੂੰ ਪੰਥ ਦੇ ਵਿੱਚ 5 ਰੁਪਈਏ ਭੇਟ ਕਰਕੇ ਰੋਜ਼ ਆਪਣੀ ਅਰਦਾਸ ਕਰਾਉਂਦੇ ਹਨ। 5 ਰੁਪਈਏ ਤਨਖਾਹ ਲਗਾਵੈ। 5 ਰੁਪਈਏ ਨੂੰ ਤਨਖਾਹ ਲਾਈ ਜਾਂਦੀ ਹੈ। ਕਿਉਂ ਲਾਈ ਜਾਂਦੀ ਹੈ? ਦੀਵਾਨ ਕੌੜਾ ਮੱਲ ਜੀ ਨੂੰ ਤਨਖਾਹ ਉਹਦੇ ਬਾਰੇ ਵੀ ਦੱਸਦੇ ਨੇ। ਤੋ ਹੁਕੋ ਪੀਣੋ ਮਾਫ ਕਰਾਵੈ। ਇਹਨੂੰ ਇੱਕ ਆਦਤ ਸੀ, ਕਿਤੇ ਪਹਿਲਾਂ ਪਈ ਹੋਈ ਹੁੱਕਾ ਪੀਂਦਾ ਸੀ। ਤੇ ਪੰਥ ਨੇ ਆਖਿਆ ਕੌੜਾ ਮੱਲ ਤੂੰ ਦੀਵਾਨ ਵਿੱਚ ਆਉਣਾ ਖਾਲਸੇ ਦੇ ਤੇ ਘਰ ਹੁੱਕਾ ਪੀਣਾ, ਸਾਨੂੰ ਪਤਾ ਲੱਗਾ ਤੇ ਤੈਨੂੰ ਤਨਖਾਹ ਲੱਗਣੀ। 5 ਸਿੰਘਾਂ ਨੇ ਤਿਆਰ ਬਰ ਤਿਆਰ ਸਿੰਘਾਂ ਨੇ ਤਨਖਾਹ ਲਾਈ। 5 ਰੁਪਈਏ ਨੇ ਅਰਦਾਸ ਕਰਾਈ। ਕਹਿੰਦਾ ਖਾਲਸਾ ਜੀ ਆਦਤ ਪਈ ਹੋਈ ਹੈ, ਇੱਕਦਮ ਤਾਂ ਨਹੀਂ ਨਾ ਛੁੱਟਣੀ। ਆਪ ਜੀ ਮੇਰੇ ਤੇ ਕਿਰਪਾ ਕਰੋ, ਮੈਂ ਇਸ ਆਦਤ ਨੂੰ ਛੱਡ ਦੇਵਾਂ, ਮੇਰੇ ਤੇ ਇਹ ਦਇਆ ਕਰੋ, ਮੇਰੀ ਅਰਦਾਸ ਕਰੋ। ਪੈ ਗਈ ਆਦਤ ਭੈੜੀ, ਕਿਉਂਕਿ ਅਫਾਰਾ ਹੁੰਦਾ ਸੀ। ਅਫਾਰਾ ਹੋਣ ਕਾਰਨ ਕਿਸੇ ਵੈਦ ਨੇ ਕਹਿ ਦਿੱਤਾ ਵੀ ਤੂੰ ਹੁੱਕਾ ਪੀਆ ਕਰ। ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਮਰਿਆਦਾ ਦਾ ਬੋਧ ਨਹੀਂ ਸੀ ਤੇ ਮੈਂ ਹੁੱਕਾ ਪੀਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਮੇਰਾ ਅਫਾਰਾ ਠੀਕ ਹੁੰਦਾ। ਤੇ ਤੁਸੀਂ ਅਰਦਾਸ ਕਰੋ, ਇਹ ਬਿਮਾਰੀ ਹੁਣ ਲੱਗ ਗਈ ਹੈ ਤੇ ਸਹਿਜੇ ਸਹਿਜੇ ਛੁੱਟੇਗੀ। ਤੋ ਪੰਥ ਨੇ ਉਸ ਵਕਤ ਇਹਨੂੰ ਤਨਖਾਹ ਲਾ ਕੇ ਬਿਠਾਉਣਾ।
ਆਖਿਆ ਹੁਣ ਇਹ ਜਿਹੜੀ ਭੈੜੀ ਆਦਤ ਆ ਹੁੱਕਾ ਪੀਣ ਵਾਲੀ, ਇਹਨੂੰ ਛੱਡ ਦੇ, ਇਹਨੂੰ ਤਿਆਗ ਦੇ ਜੇ ਤੂੰ ਪੰਥ ਦੀ ਸ਼ਰਨ 'ਚ ਰਹਿਣਾ। ਤੋ ਦੀਵਾਨ ਕੌੜਾ ਮੱਲ ਜੀ ਨੇ ਪੰਥ ਦੀ ਸੇਵਾ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਇਸ ਬਿਮਾਰੀ ਤੋਂ ਨਿਜਾਤ ਪਾ ਲਈ, ਹੁੱਕਾ ਪੀਣਾ ਤਿਆਗ ਦਿੱਤਾ ਔਰ ਗੁਰੂ ਕੇ ਪੰਥ ਦੀ ਕਿਰਪਾ ਦੇ ਪਾਤਰ ਬਣ ਗਏ। ਕਹੈ ਸਿੰਘਨ ਹਮ ਗੁਰੂ ਕੀ ਆਸ। ਸਿੰਘ ਕਹਿੰਦੇ ਦੀਵਾਨ ਜੀ ਸਾਨੂੰ ਤਾਂ ਸਾਡੇ ਸਤਿਗੁਰਾਂ ਦੀ ਆਸ ਹੈ, ਅਸੀਂ ਕੇਵਲ ਆਪਣੇ ਗੁਰੂ ਦਾ ਆਸਰਾ ਤੇ ਗੁਰੂ ਦੀ ਓਟ ਤੱਕਦੇ ਹਾਂ। ਸ਼ਾਹ ਨਿਵਾਜ ਫੜ ਲਿਆਓ ਖਾਸ। ਅਸੀਂ ਤਾਂ ਸ਼ਾਹ ਨਵਾਜ ਨੂੰ ਫੜ ਕੇ ਲਿਆਉਣਾ ਖਾਸ, ਅਸੀਂ ਮੀਰ ਮੰਨੂ ਦੀ ਮਦਦ ਵਾਸਤੇ ਨਹੀਂ ਚੱਲੇ। ਦੀਵਾਨ ਜੀ ਅਸੀਂ ਮੀਰ ਮੰਨੂ ਦੀ ਮਦਦ ਲਈ ਨਹੀਂ ਚੱਲੇ, ਅਸੀਂ ਤੁਹਾਡੀ ਮਦਦ ਲਈ ਚੱਲੇ ਹਾਂ। ਔਰ ਸਾਡੀ ਇਹ ਇੱਛਾ ਹੈ ਕਿ ਅਸੀਂ ਸ਼ਾਹ ਨਵਾਜ ਨੂੰ ਪਕੜ ਕੇ ਲੈ ਕੇ ਆਉਣਾ। ਤਬ ਖਾਲਸੇ ਬਚਨ ਪਲਟਾਇਆ। ਦੀਵਾਨ ਜੀ ਕਹਿਣ ਲੱਗੇ ਖਾਲਸਾ ਜੀ ਮੈਂ ਲਿਆਵਾਂਗਾ ਫੜ ਕੇ ਉਹਨੂੰ, ਸ਼ਾਹ ਨਵਾਜ ਨੂੰ। ਅੱਗੋਂ ਤਿਆਰ ਬਰ ਤਿਆਰ ਫੌਜਾਂ ਸੀ, ਉਹ ਅੱਗੋਂ ਬੋਲੇ ਬਚਨ ਪਲਟਾ ਕੇ ਦੀਵਾਨ ਕੌੜਾ ਮੱਲ ਜੀ ਨੂੰ ਕਹਿਣ ਲੱਗੇ ਹਮ ਚਾਹਤ ਉਸ ਮਾਰ ਗਵਾਇਆ। ਦੀਵਾਨ ਜੀ ਕਹਿੰਦੇ ਸੀ ਵੀ ਅਸੀਂ ਫੜ ਕੇ ਲਿਆਵਾਂਗੇ ਉਹਨੂੰ ਤੇ ਕੈਦ ਕਰਕੇ ਪੇਸ਼ ਕਰਾਂਗੇ ਮੀਰ ਮੰਨੂ ਕੋਲ। ਸਿੰਘ ਕਹਿੰਦੇ ਨਾ ਦੀਵਾਨ ਕੌੜਾ ਮੱਲ ਉਹਨੂੰ ਫੜ ਕੇ ਨਹੀਂ ਲਿਆਉਣਾ, ਅਸੀਂ ਤਾਂ ਉਹਨੂੰ ਜੰਗ ਦੇ ਮੈਦਾਨ 'ਚ ਮਾਰ ਕੇ ਉਹਦਾ ਸਿਰ ਵੱਢਣਾ, ਪਾਪੀ ਦਾ, ਸ਼ਾਹ ਨਵਾਜ ਦਾ। ਇਹ ਉਹੀ ਹੈ ਜਿਹਨੇ ਲੱਖੂ ਨੂੰ ਖਾਨਾ ਖੋਖਾ ਦਿੱਤਾ ਸੀ ਸਿੰਘਾਂ ਦਾ ਕਤਲ ਕਰਨ ਵਾਸਤੇ। ਛੋਟੇ ਘੱਲੂ ਘਾਰੇ ਦਾ ਵੱਡਾ ਦੋਸ਼ੀ ਜਿੱਥੇ ਲੱਖੂ ਸੀ ਉਹਨੂੰ ਤਾਂ ਸਜ਼ਾ ਮਿਲ ਗਈ ਹੈ, ਪਰ ਸ਼ਾਹ ਨਵਾਜ ਹਾਲੇ ਜਿਉਂਦਾ। ਉਸ ਮਲੇਛ ਨੂੰ ਅਸੀਂ ਮਾਰ ਕੇ ਛੋਟੇ ਘੱਲੂ ਘਾਰੇ ਦਾ ਬਦਲਾ ਲੈਣਾ, ਉਹਨੂੰ ਜਿਉਂਦਾ ਨਹੀਂ ਲਿਆਉਣਾ ਫੜ ਕੇ, ਉਹਨੂੰ ਮਾਰਨਾ ਹੈ। ਉਸ ਮਰਵਾਏ ਸਿੰਘ ਅਸੇਖ। ਕਿਉਂਕਿ ਉਹਨੇ ਸਾਡੇ ਬਹੁਤ ਸਾਰੇ ਸਿੰਘ ਸ਼ਹੀਦ ਕਰਵਾਏ ਨੇ ਸ਼ਾਹ ਨਵਾਜ ਨੇ। ਹਮ ਕਬ ਛੋੜਾਂ ਉਸ ਕੋ ਦੇਖ। ਜੇ ਰਣ ਭੂਮੀ 'ਚ ਸਾਨੂੰ ਉਹ ਦਿਸ ਗਿਆ ਅਸੀਂ ਉਹਨੂੰ ਕਿੱਥੇ ਛੱਡਾਂਗੇ, ਜੇ ਉਹ ਦਿਸ ਪਿਆ ਅਸੀਂ ਉਹਨੂੰ ਨਹੀਂ ਛੱਡਣਾ। ਦੋਹਰਾ ਔਰ ਤੁਰਕਾਨੀ ਫੌਜ ਸਾਥ ਖਾਨੂ ਸਕੋ ਪਰਾਏ। ਔਰ ਅਸੀਂ ਸੁਣਿਆ ਕਿ ਸ਼ਾਹ ਨਵਾਜ ਦੀ ਫੌਜ ਨਾਲ ਖਾਨੂ ਦਾ ਇੱਕ ਭਰਾ ਵੀ ਹੈ ਸਕਾ, ਉਹ ਵੀ ਬੜਾ ਮਲੇਛ ਹੈ, ਉਹਨੇ ਵੀ ਬੜੇ ਸਿੰਘ ਸ਼ਹੀਦ ਕੀਤੇ ਹਨ। ਆਗੇ ਫੜਾ ਤੋ ਸੋ ਕਰਿਓ ਸ਼ਾਹ ਨਵਾਜੈ ਵਾਏ। ਉਹਨੇ ਸ਼ਾਹ ਨਵਾਜ ਨੂੰ ਆਪਣੇ ਨਾਲ ਅੱਗੇ ਟੋਰਿਆ ਹੋਇਆ, ਉਹਨੂੰ ਵੀ ਰਣ ਭੂਮੀ ਵਿੱਚ ਅਸੀਂ ਮਾਰਨਾ। ਚੌਪਈ ਸ਼ਾਹ ਨਵਾਜ ਜਬ ਸੂਬੋ ਥੋ ਹੋਇਓ। ਜਿਸ ਦਿਨ ਸ਼ਾਹ ਨਵਾਜ ਲਾਹੌਰ ਦਾ ਸੂਬੇਦਾਰ ਬਣਿਆ ਸੀ, ਲੁੱਟੇ ਕੁਟੇ ਤੇ ਸਭ ਉਨ ਕੋਹਿਓ। ਉਹਨੇ ਲਾਹੌਰ ਸ਼ਹਿਰ ਦੇ ਵਿੱਚ ਬੜੀ ਲੁੱਟ ਖਸੁੱਟ ਮਚਾਈ ਸੀ, ਇਲਾਕਾ ਬੜਾ ਲੁੱਟ ਖਸੁੱਟ ਕਰਕੇ ਤਬਾਹ ਕੀਤਾ ਸੀ। ਸੋ ਮੀਰ ਮਨੂ ਨੇ ਦੀਏ ਚੜਾਏ। ਉਹ ਲੋਕ ਸ਼ਾਹ ਨਵਾਜ ਤੋਂ ਦੁਖੀ ਸੀ, ਮੀਰ ਮੰਨੂ ਨੇ ਉਹਨਾਂ ਨੂੰ ਵੀ ਆਖਿਆ ਜਾਓ ਬਦਲੇ ਲੈ ਲਓ ਆਪਣੇ ਸ਼ਾਹ ਨਵਾਜ ਕੋਲੋਂ। ਉਹ ਸਾਰੇ ਚੜਾ ਦਿੱਤੇ ਨਾਲ ਦੀਵਾਨ ਕੌੜਾ ਮੱਲ ਜੀ ਦੇ। ਕੌੜਾ ਮੱਲ ਕੈ ਸਾਥ ਮਿਲਾਏ। ਦੀਵਾਨ ਕੌੜਾ ਮੱਲ ਜੀ ਦੇ ਨਾਲ ਜਿੱਥੇ ਸਿੰਘ ਚੱਲੇ ਨੇ ਉੱਥੇ ਹੋਰ ਬਹੁਤ ਸਾਰੀਆਂ ਫੌਜਾਂ, ਨਗਰ ਲਾਹੌਰ ਸ਼ਹਿਰ ਦੇ ਬਹੁਤ ਸਾਰੇ ਲੋਕ ਵੀ ਨਾਲ ਚੱਲੇ ਹਨ। ਦੋਹਰਾ ਜੰਗ ਪਰਿਓ ਦੋ ਤਰਫ ਦੋ ਫਤਿਹ ਤਕਾਏ। ਕਹਿੰਦੇ ਮੁਲਤਾਨ ਦੇ ਨੇੜੇ ਜਾ ਕੇ ਜੰਗ ਹੋਇਆ, ਦੋਹਾਂ ਪਾਸੇ, ਦੋਹਾਂ ਪਾਸਿਆਂ ਦੇ ਸੂਰਮੇ ਲੜਦੇ ਨੇ, ਦੋਹਾਂ ਪਾਸਿਆਂ ਦੇ ਸੂਰਮੇ ਲੜ ਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ, ਫਤਿਹ ਹਾਸਲ ਕਰਨਾ ਚਾਹੁੰਦੇ ਹਨ। ਹਾਂਜੀ। ਸ਼ਾਹ ਨਵਾਜ ਕੌੜਾ ਮੱਲ ਪਏ ਦੋਨੋਂ ਸਨਮੁਖ ਆਏ। ਦੀਵਾਨ ਕੌੜਾ ਮੱਲ ਤੇ ਸ਼ਾਹ ਨਵਾਜ ਦੋਵੇਂ ਆਮੋ ਸਾਹਮਣੇ ਹੋਏ, ਕਿਉਂਕਿ ਦੁਸ਼ਮਣ ਦੀ ਫੌਜ ਦਾ ਜਰਨੈਲ ਸ਼ਾਹ ਨਵਾਜ ਸੀ ਔਰ ਇਧਰੋਂ ਲੜ ਰਹੀ ਫੌਜ ਦਾ ਜਰਨੈਲ ਦੀਵਾਨ ਕੌੜਾ ਮੱਲ ਸੀ। ਦੋਵੇਂ ਆਮੋ ਸਾਹਮਣੇ ਹੋਏ ਜੰਗ ਦੇ ਮੈਦਾਨ ਵਿੱਚ। ਚੌਪਈ ਤੁਰਕ ਰਲ ਮਿਲ ਟਲ ਗਏ। ਜਿਹੜੇ ਤੁਰਕ ਉੱਥੇ ਤੁਰਕ ਸਨ, ਉਧਰ ਸ਼ਾਹ ਨਵਾਜ ਵੱਲੋਂ ਵੀ ਤੁਰਕ ਸੀ, ਇਧਰੋਂ ਵੀ ਤੁਰਕ। ਉਹ ਕਹਿੰਦੇ ਅਸੀਂ ਕਿਉਂ ਮਾਰੀਏ ਇੱਕ ਦੂਜੇ ਨੂੰ, ਉਹ ਆਪਸ ਵਿੱਚ ਹੀ ਰਲ ਗਏ, ਦਗੇਬਾਜ਼ੀ ਕਰ ਗਏ ਰਣ ਭੂਮੀ ਦੇ ਵਿੱਚ, ਐਨ ਜੰਗ ਦੇ ਮੈਦਾਨ ਵਿੱਚ। ਉਹ ਆਪਣੇ ਭਰਾਵਾਂ ਨੂੰ ਜਾ ਰਲੇ, ਜਾਣ ਬੁੱਝ ਕੇ ਬਸ ਝੂਠਾ ਜਿਹਾ ਵਿਖਾਵਾ ਕਰਕੇ ਲੜਦੇ ਹਨ। ਕੋੜੇ ਹਿੰਦੂ ਤੁੜਾਵਤ ਚਹੇ। ਉਹ ਕਹਿੰਦੇ ਵੀ ਹਿੰਦੂਆਂ ਤੋਂ ਹਿੰਦੂ ਮਰਵਾਈਏ। ਸ਼ਾਹ ਨਵਾਜ ਨਾਲ ਵੀ ਉਧਰੋਂ ਫੌਜ ਆਈ ਸੀ ਹਿੰਦੂਆਂ ਦੀ ਚੜ ਕੇ, ਇਧਰ ਦੀਵਾਨ ਕੌੜਾ ਮੱਲ ਜੀ ਦੇ ਨਾਲ ਸਿੰਘ ਵੀ ਗਏ ਸੀ ਤੇ ਹਿੰਦੂ ਵੀ ਗਏ ਸੀ।
ਕਹਿੰਦੇ ਇਹਨਾਂ ਨੂੰ ਆਪਸ ਵਿੱਚ ਲੜਾ ਕੇ ਮਰਵਾਈਏ, ਅਸੀਂ ਕਿਉਂ ਲੜੀਏ। ਤਬ ਘੋੜਾ ਮਲ ਕਰ ਗੁਰਿਆਸ। ਦੀਵਾਨ ਕੌੜਾ ਮਲ ਨੇ ਵੇਖਿਆ ਵੀ ਇਹ ਤੁਰਕੜੇ ਤਾਂ ਵਿਸ਼ਵਾਸਘਾਤ ਕਰ ਗਏ ਨੇ, ਇਹਨਾਂ ਦੇ ਭਰੋਸੇ ਤਾਂ ਲੜਨ ਆਇਆ ਸੀ ਮੈਂ। ਉਹਨੇ ਫਿਰ ਖਾਲਸੇ ਦੀ ਆਸ ਤੱਕੀ, ਦੀਵਾਨ ਕੌੜਾ ਮੱਲ ਜੀ ਨੇ ਗੁਰੂ ਸਾਹਿਬ ਦੀ ਆਸ ਰੱਖੀ। ਸਿੰਘ ਖੜਾਏ ਆਪਣੇ ਪਾਸ। ਉਹਨਾਂ ਆਪਣੀ ਮਦਦ ਲਈ ਸਿੰਘ ਆਪਣੇ ਕੋਲ ਖੜੇ ਕੀਤੇ ਦੀਵਾਨ ਕੌੜਾ ਮੱਲ ਜੀ ਨੇ। ਬਾਕੀ ਜਿਹੜੇ ਤੁਰਕ ਸਨ ਉਹ ਤਾਂ ਲੜਦੇ ਹੀ ਨਹੀਂ ਸੀ, ਉਹ ਜਾਣ ਬੁੱਝ ਕੇ ਕੱਛਾਂ ਵਿੱਚ ਹੱਥ ਦੇ ਕੇ ਖਲੋਤੇ ਰਹੇ ਵੀ ਅਸੀਂ ਕਿਉਂ ਲੜੀਏ। ਦੀਵਾਨ ਕੌੜਾ ਮੱਲ ਜੀ ਨੇ ਖਾਲਸੇ ਨੂੰ ਆਪਣੇ ਕੋਲ ਖੜਿਆਂ ਕੀਤਾ। ਤਬੈ ਨਿਵਾਜ ਨੇ ਕੀਓ ਜੋਰ। ਉਧਰੋਂ ਸ਼ਾਹ ਨਵਾਜ ਨੇ ਆਪਣਾ ਜ਼ੋਰ ਪਾਇਆ। ਸ਼ਹੋ ਘੋੜਾ ਮਲ ਘੋੜੇ ਤੋਰ। ਕਹਿਣ ਲੱਗਾ ਠਹਿਰੋ ਕੌੜਾ ਮੱਲ, ਮੇਰੇ ਘੋੜਿਆਂ ਦਾ ਜ਼ੋਰ ਵੇਖ, ਹੁਣ ਮੇਰਾ ਹੱਲਾ ਚੱਲ। ਅਬ ਹੈ ਖਾਲਸ ਜੀ ਕੋ ਵੇਲਾ। ਹੁਣ ਦੀਵਾਨ ਕੌੜਾ ਮੱਲ ਜੀ ਨੇ ਆਖਿਆ ਖਾਲਸਾ ਜੀ ਹੁਣ ਤੁਹਾਡਾ ਵੇਲਾ। ਉਹ ਆਉਂਦਾ ਸ਼ਾਹ ਨਵਾਜ, ਹੁਣ ਤੁਹਾਡਾ ਵੇਲਾ, ਹੁਣ ਤੁਸੀਂ ਹੱਲਾ ਰੋਕਣਾ। ਕਰ ਆਇਓ ਹਮ ਪਰ ਵਹ ਹੀਲਾ। ਸ਼ਾਹ ਨਵਾਜ ਸਾਡੇ ਤੇ ਹੱਲਾ ਕਰਕੇ ਵੱਧਦਾ ਆ ਰਿਹਾ ਹੈ। ਸਿੰਘ ਕਹਿਓ ਕਛ ਗਮ ਕਰ ਨਾਹੀ। ਖਾਲਸੇ ਨੇ ਆਖਿਆ ਦੀਵਾਨ ਜੀ ਫਿਕਰ ਨਾ ਕਰੋ, ਸਤਿਗੁਰੂ ਜੀ ਸਾਡੀ ਸਹਾਇਤਾ ਕਰਨਗੇ, ਤੁਸੀਂ ਗਮ ਨਾ ਕਰੋ। ਜੇ ਤੁਰਕ ਤੁਹਾਡੇ ਨਾਲ ਨਹੀਂ ਖੜੇ, ਅਸੀਂ ਖੜੇ ਆ ਤੁਹਾਡੇ ਨਾਲ। ਕਲਗੀਧਰ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਖੜੀਆਂ ਹਨ। ਸਤਿ ਸ੍ਰੀ ਨਜੀਕ ਆਵੈ ਹਮ ਦੇਈ ਬਤਾਈ। ਬਸ ਸਾਨੂੰ ਇਹ ਦੱਸ ਦੇਈ ਵੀ ਇਹਨਾਂ ਤੁਰਕਾਂ ਵਿੱਚ ਸ਼ਾਹ ਨਵਾਜ ਕਿਹੜਾ, ਕਿਉਂਕਿ ਅਸੀਂ ਕਦੇ ਪਹਿਲਾਂ ਵੇਖਿਆ ਨਹੀਂ, ਸਾਨੂੰ ਸਿਆਣ ਨਹੀਂ, ਉਹਦੀ ਪਛਾਣ ਨਹੀਂ ਹੈ। ਜਦੋਂ ਇਹ ਤੁਰਕਾਂ ਵਿੱਚ ਸ਼ਾਹ ਨਵਾਜ ਆਉਂਦਾ ਹੋਵੇਗਾ ਨੇੜੇ, ਤੂੰ ਸਾਨੂੰ ਇਸ਼ਾਰਾ ਕਰਕੇ ਦੱਸਣਾ ਵੀ ਆਹ ਸ਼ਾਹ ਨਵਾਜ ਹੈ, ਬਾਕੀ ਅਗਲਾ ਕੰਮ ਅਸੀਂ ਆਪੇ ਕਰ ਲਵਾਂਗੇ। ਹਮ ਆਗੇ ਹੋ ਖਲੇ ਤਿਆਰ। ਅਸੀਂ ਤਾਂ ਪਹਿਲਾਂ ਹੀ ਅੱਗੇ ਤਿਆਰ ਖੜੇ ਆਂ, ਤੁਰਕ ਆ ਰਹੇ ਨੇ। ਲੈਵਾਂਗੇ ਉਸ ਤੁਰਤ ਹੈ ਮਾਰ। ਅਸੀਂ ਸ਼ਾਹ ਨਵਾਜ ਨੂੰ ਤੁਰਤ ਫੁਰਤੀ ਆਉਂਦੇ ਨੂੰ ਮਾਰ ਲੈਣਾ। ਦੋਹਰਾ ਤੋਲੋ ਆਏ ਨਿਵਾਜੇ ਕਹਿਓ ਕੋੜੇ ਨਿਮਕ ਹਰਾਮ। ਇਹਨੇ ਨੂੰ ਸ਼ਾਹ ਨਵਾਜ ਆ ਗਿਆ ਨੇੜੇ। ਦੀਵਾਨ ਕੌੜਾ ਮੱਲ ਨੂੰ ਕਹਿੰਦਾ ਉਹ ਨਮਕ ਹਰਾਮੀਆਂ, ਕਿਉਂਕਿ ਦੀਵਾਨ ਜੀ ਤਾਂ ਪਹਿਲਾਂ ਵੀ ਲਾਹੌਰ ਦਰਬਾਰ 'ਚ ਕੰਮ ਕਰਦੇ ਸੀ। ਕੌੜਾ ਮੱਲ ਜੀ ਸ਼ਾਹ ਨਵਾਜ ਪਹਿਲਾਂ ਉੱਥੋਂ ਦਾ ਨਵਾਬ ਸੀ। ਦੀਵਾਨ ਕੌੜਾ ਮੱਲ ਨੂੰ ਵੰਗਾਰ ਕੇ ਕਹਿੰਦਾ ਤੂੰ ਨਮਕ ਹਰਾਮੀ ਐ। ਆਖੈ ਤਾਂ ਸ਼ਸਤਰ ਸੰਭਾਲ ਤੂੰ, ਆਖੈ ਤਾਂ ਤੁਰਕ ਸਲਾਮ। ਕਹਿੰਦਾ ਜਾਂ ਸ਼ਸਤਰ ਸੰਭਾਲ ਕੇ ਆ ਕੇ ਲੜ ਮੇਰੇ ਨਾਲ, ਜਾਂ ਫਿਰ ਸਾਡੇ ਅੱਗੇ ਝੁਕ ਕੇ ਸਲਾਮ ਕਰ, ਸਾਡੀ ਈਨ ਮੰਨ ਲੈ। ਚੌਪਈ ਤਬ ਕੌੜਾ ਮਲ ਸਿੰਘਨ ਕਹਿਓ। ਲਾਗੇ ਸਿੰਘ ਖੜੇ ਸੀ। ਦੀਵਾਨ ਕੌੜਾ ਮੱਲ ਜੀ ਕਹਿੰਦੇ ਖਾਲਸਾ ਜੀ ਆਇਆ ਸਾਹਮਣੇ, ਇਹਦਾ ਨਾਮ ਹੈ ਸ਼ਾਹ ਨਵਾਜ। ਬੋਲਤ ਸ਼ਾਹ ਨਿਵਾਜੈ ਅਹਿਓ। ਆ ਜਿਹੜਾ ਬੋਲਦਾ ਪਿਆ ਨਾ ਉੱਚੀ ਆਵਾਜ਼ ਵਿੱਚ ਮੈਨੂੰ ਸੰਬੋਧਨ ਕਰਕੇ, ਇਸੇ ਦਾ ਨਾਮ ਸ਼ਾਹ ਨਵਾਜ ਹੈ। ਸਿੰਘਨ ਦੀਨੀ ਸ਼ਲਕ ਚਲਾਏ। ਇਧਰੋਂ ਸਿੰਘਾਂ ਨੇ ਬੰਦੂਕਾਂ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਹੋਈਆਂ ਸੀ। ਸ਼ਲਕ ਕਹਿੰਦੇ ਇਕੱਠੀਆਂ ਚਲਾ ਦੇਣੀਆਂ ਬੰਦੂਕਾਂ, 15 20 50, ਉਹ ਇਕੱਠੀਆਂ ਹੀ ਗੋਲੀਆਂ ਚਲਾ ਦਿੱਤੀਆਂ। ਲੱਗੀ ਕਲੇਜ ਨਿਵਾਜੈ ਸ਼ਾਹੇ। ਇੱਕ ਸਿੰਘ ਦੀ ਬੰਦੂਕ ਦੀ ਗੋਲੀ ਜਿਹੜੀ ਹੈ ਉਹ ਸ਼ਾਹ ਨਵਾਜ ਦੇ ਕਾਲਜੇ 'ਚ ਜਾ ਕੇ, ਹਿੱਕ 'ਚ ਜਾ ਕੇ ਵੱਜੀ। ਸਤਿ ਸ੍ਰੀ ਅਕਾਲ। ਝੂਮ ਘੋੜੇ ਤੇ ਭੂਮ ਮੈਂ ਪੜਾ। ਘੋੜੇ ਤੋਂ ਝੂਮ ਕੇ ਭੰਬਾਟੀ ਖਾ ਕੇ ਸ਼ਾਹ ਨਵਾਜ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ। ਗੋਲੀ ਲੱਗੀ ਫਿਰ ਭਇਓ ਨਾ ਖੜਾ। ਇਹੋ ਜੀ ਗੋਲੀ ਵੱਜੀ ਕਿ ਮੁੜ ਕੇ ਸ਼ਾਹ ਨਵਾਜ ਖਲੋਤਾ ਨਹੀਂ, ਖੜਨ ਜੋਗਾ ਨਹੀਂ ਰਿਹਾ। ਇੱਕ ਸਿੰਘ ਤਬ ਉਤਰ ਹੋਇਓ ਖੜਾ। ਇੱਕ ਸਿੰਘ ਭੱਜ ਕੇ ਗਿਆ, ਉਹਦਾ ਨਾਮ ਸੀ ਭਾਈ ਭੀਮ ਸਿੰਘ। ਭਾਈ ਭੀਮ ਸਿੰਘ ਨਾਮ ਦਾ ਇੱਕ ਯੋਧਾ, ਉਹ ਸ਼ਾਹ ਨਵਾਜ ਦੇ ਕੋਲ ਗਿਆ, ਵੈਰੀ ਦਲ ਦੇ ਘੇਰੇ ਦੇ ਵਿੱਚ ਹੀ। ਕਾਟ ਸੀਸ ਹੱਥ ਲੀਨੋ ਫੜਾ। ਔਰ ਸ਼ਾਹ ਨਵਾਜ ਦਾ ਸਿਰ ਵੱਢ ਕੇ ਨਾ, ਉਹ ਸਿਰ ਵੱਢ ਕੇ ਉਸੇ ਵੇਲੇ ਹੱਥ 'ਚ ਫੜ ਕੇ ਆਖਿਆ ਖਾਲਸਾ ਜੀ ਆਹ ਵੇਖੋ ਮਲੇਛ ਦਾ ਸਿਰ ਖਾਲਸੇ ਨੇ ਵੱਢ ਲਿਆ। ਸਤਿ ਸ੍ਰੀ ਅਕਾਲ। ਕਾਟ ਸੀਸ ਹੱਥ ਲੀਨੋ ਫੜਾ, ਸਿਰ ਵੱਢ ਕੇ ਹੱਥ ਵਿੱਚ ਪਕੜ ਲਿਆ। ਇਹ ਖਾਲਸੇ ਦਾ ਵਿਧਾਨ ਰਿਹਾ। ਖਾਲਸਾ ਆਪਣੇ ਫੈਸਲੇ ਆਪ ਕਰਦਾ ਰਿਹਾ। ਹਾਂਜੀ,
ਮੀਰ ਮਨੂ ਟਿਗ ਦਇਓ ਪਹੁੰਚਾਏ। ਔਰ ਕਹਿੰਦੇ ਉਹਦਾ ਸਿਰ ਵੱਢ ਕੇ ਮੀਰ ਮਨੂੰ ਕੋਲ ਭੇਜ ਦਿੱਤਾ। ਉਹਨੂੰ ਵੀ ਇਸ਼ਾਰਾ ਕਰ ਦਿੱਤਾ ਕਿ ਪੰਥ ਨਾਲ ਵੈਰ ਕਮਾਉਣ ਵਾਲੇ ਦਗਾਬਾਜ਼ਾਂ ਦਾ ਇਹੀ ਹਾਲ ਅਸੀਂ ਕਰਦੇ ਹਾਂ, ਤੂੰ ਵੀ ਸੁਚੇਤ ਰਹੀਂ। ਸੁਨੇਹਾ ਸੀ, ਨਾਲੇ ਤਾਂ ਮੀਰ ਮਨੂੰ ਨੇ ਵੱਢਣ ਵਾਸਤੇ ਭੇਜਿਆ ਸੀ, ਉਹਦੇ 'ਚ ਇੱਕ ਕੰਮ 'ਚ ਦੋ ਸੁਨੇਹੇ ਦੇ ਦਿੱਤੇ ਵੀ ਅਸੀਂ ਜਿਹੜੇ ਜੰਗ 'ਚ ਜਾਂਦੇ ਆ ਫਤਿਹ ਪ੍ਰਾਪਤ ਕਰਦੇ ਆ, ਔਰ ਦੂਜਾ ਪੰਥ ਦੇ ਵੈਰੀਆਂ ਦਾ ਆਸ਼ਰ ਕਰੀਦਾ ਹੈ। ਮੀਰ ਮਨੂੰ ਨੂੰ ਜਦੋਂ ਸਿਰ ਵੱਢ ਕੇ ਭੇਜ ਦਿੱਤਾ ਲਾਹੌਰ, ਦੇਖਤ ਸੀਸ ਖੁਸ਼ੀ ਭਈ ਵਾਏ। ਮੀਰ ਮਨੂੰ ਬੜਾ ਖੁਸ਼ ਹੋਇਆ ਕਿ ਮੇਰਾ ਦੁਸ਼ਮਣ ਮਾਰਿਆ ਗਿਆ ਹੈ। ਕਾਗਜ਼ ਕਲਮ ਸੋ ਨਿਜ ਹੱਥ ਲੀਨ। ਉਹਨੇ ਕਾਗਜ਼ ਤੇ ਕਲਮ ਆਪਣੇ ਹੱਥ ਵਿੱਚ ਲਈ ਮੀਰ ਮਨੂੰ ਨੇ। ਕੋੜਾ ਮਲ ਬਹਾਦਰ ਖਿਤਾਬ ਲਿਖ ਦੀਨ। ਇਹਨੇ ਦੀਵਾਨ ਕੌੜਾ ਮੱਲ ਜੀ ਨੂੰ ਬਹਾਦਰ ਲਖਬ ਦਾ ਖਿਤਾਬ ਦਿੱਤਾ ਕਿ ਬਹਾਦਰ ਦੀਵਾਨ ਕੌੜਾ ਮੱਲ, ਨਾਲ ਨਾਂ ਲਾਇਆ ਮਹਾਰਾਜਾ ਕੌੜਾ ਮੱਲ। ਇਹ ਖਿਤਾਬ ਦੀਵਾਨ ਕੌੜਾ ਮੱਲ ਜੀ ਨੂੰ ਦਿੱਤਾ। ਮੁਲਤਾਨ ਦੇ ਇਲਾਕੇ ਦੀ ਨਵਾਬੀ ਵੀ ਦੇ ਦਿੱਤੀ। ਜੋ ਕੋੜਾ ਮਲ ਕਰੀ ਖਾਲਸਾ ਭਲੀ। ਦੀਵਾਨ ਕੌੜਾ ਮੱਲ ਜੀ ਨੇ ਜਿਹੜੀ ਖਾਲਸੇ ਨਾਲ ਭਲੀ ਕੀਤੀ ਸੀ, ਪੰਥ ਦੀ ਸੇਵਾ ਕੀਤੀ ਸੀ, ਤੁਰਤ ਫੁਰਤ ਸੋ ਤਿਸ ਕੋ ਫਲੀ। ਉਹਦਾ ਫਲ ਤੁਰਤ ਫੁਰਤ ਹੀ ਮਿਲ ਗਿਆ ਕੌੜਾ ਮੱਲ ਨੂੰ, ਜਿਹੜੀ ਪੰਥ ਦੀ ਸੇਵਾ ਕੀਤੀ ਸੀ। ਤੁਰਤ ਫੁਰਤ ਹੀ ਬਹਾਦਰ ਤੇ ਮਹਾਰਾਜੇ ਦਾ ਖਿਤਾਬ ਜਿਹੜਾ ਸੀ ਉਹ ਦੀਵਾਨ ਕੌੜਾ ਮੱਲ ਜੀ ਨੂੰ ਪ੍ਰਾਪਤ ਹੋ ਗਿਆ। ਆਗੇ ਸੁਨੋ ਔਰ ਪੀ ਸਾਖੀ। ਕਹਿੰਦੇ ਅੱਗੇ ਹੋਰ ਵੀ ਸਾਖੀ ਸੁਣੋ। ਹਮ ਵੱਡਿਆਨ ਜੋ ਹਮ ਥੀ ਭਾਖੀ। ਸਾਡੇ ਵੱਡਿਆਂ ਨੇ ਜਿਹੜੀ ਸਾਨੂੰ ਸੁਣਾਈ ਹੈ। ਦੋਹਰਾ 1806 ਤ੍ਰੈ ਭਇਓ ਸ਼ਾਹ ਨਿਵਾਜ ਬਹੀਰ। ਕਹਿੰਦੇ 1806 ਸੰਮਤ ਬਿਕਰਮੀ ਯਾਨੀ ਕਿ 1749 ਈਸਵੀ ਨੂੰ ਪਾਪੀ ਸ਼ਾਹ ਨਵਾਜ ਸੰਸਾਰ ਤੋਂ ਚਲਾਣੇ ਕਰ ਗਿਆ। ਰਤਨ ਸਿੰਘ ਨੇ ਜਿਮ ਸੁਨਿਓ ਲਿਖਿਓ ਉਸੈ ਤਤਬੀਰ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਬਜ਼ੁਰਗ ਭਾਈ ਰਾਏ ਸਿੰਘ ਪਾਸੋਂ, ਆਪਣੇ ਨਾਨਾ ਸ਼ਾਮ ਸਿੰਘ ਪਾਸੋਂ ਜਿਵੇਂ ਸੁਣੀ ਹੈ ਉਦਾਂ ਇੱਥੇ ਕਥਾ ਲਿਖ ਕੇ ਤੁਹਾਨੂੰ ਸਰਵਣ ਕਰਾ ਦਿੱਤੀ ਹੈ। ਚੌਪਈ ਮੁਲਕ ਲੂਟ ਅੰਮ੍ਰਿਤ ਸਰ ਆਵੇ। ਏਦਾਂ ਹੁਣ ਕੁਝ ਸਮਾਂ ਸਕੂਨ ਦਾ ਵੀ ਆਇਆ ਖਾਲਸੇ ਲਈ। ਮੀਰ ਮਨੂੰ ਨੇ ਵੇਖਿਆ ਵੀ ਸਿੰਘਾਂ ਨੇ ਮਦਦ ਕੀਤੀ ਹੈ। ਹੁਣ ਸਿੰਘ ਜੰਗਲਾਂ ਦੇ ਵਿੱਚੋਂ ਜਿਹੜੇ ਨੇ ਉਹ ਨਗਰਾਂ ਦੇ ਵਿੱਚ ਜਾਣ ਲੱਗੇ ਨੇ। ਜਿਹੜੇ ਮਲੇਛਾਂ ਦੇ ਪਿੰਡ ਸੀ ਸਿੰਘਾਂ ਨਾਲ ਵੈਰ ਕਮਾਉਣ ਵਾਲੇ, ਹੁਣ ਉਹਨਾਂ ਦੀ ਵਾਰੀ ਆਈ ਹੈ ਸੋਧੇ ਦੀ। ਹੁਣ ਉਹ ਚੁਣ ਚੁਣ ਲੱਭੇ ਆ ਸਿੰਘਾਂ ਨੇ। ਜਿਹੜੇ ਪਿੰਡਾਂ 'ਚ ਸਿੰਘ ਫੜਾਉਂਦੇ ਸੀ, ਸਿਰਾਂ ਦੇ ਮੁੱਲ ਲੈਂਦੇ ਸੀ, ਉਹ ਫੜ ਫੜ ਕੇ ਉਹਨਾਂ ਦੇ ਪਿੰਡ ਸਿੰਘਾਂ ਨੇ ਲੁੱਟੇ ਹਨ। ਦੀਵਾਲੀ ਵਿਸਾਖੀ ਮੇਲਾ ਲਾਵੇ। ਤੇ ਦੀਵਾਲੀ ਦਾ ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਮਨਾਉਂਦੇ ਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਵਿੱਚ ਹਾਜ਼ਰੀਆਂ ਭਰਦੇ ਦੀਵਾਲੀ ਵਿਸਾਖੀ ਦਾ ਜੋੜ ਮੇਲਾ ਮਨਾਉਂਦੇ ਨੇ। ਬੈਠ ਹਰ ਮੰਦਰ ਸੁਨੈ ਸੋ ਗਿਆਨ। ਜਿੱਥੇ ਵੀਰ ਅਸੀਂ ਬਿਰਤੀ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਜੂਝਦੇ ਨੇ, ਉੱਥੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਬਹਿ ਕੇ ਗਿਆਨਮਈ ਗੁਰਬਾਣੀ ਦਾ ਸ਼ਾਂਤਮਈ ਢੰਗ ਨਾਲ ਕੀਰਤਨ ਵੀ ਸੁਣਦੇ ਆ। ਸਤਿ ਸ੍ਰੀ ਅਕਾਲ। ਖਾਲਸਾ ਜੀ, ਰਣ ਭੂਮੀ ਵਿੱਚ ਲੜਦਿਆਂ ਸੁਰਤ ਸ਼ਾਂਤ ਹੋਣੀ ਚਾਹੀਦੀ ਹੈ। ਜੇ ਦਿਮਾਗ ਸ਼ਾਂਤ ਨਹੀਂ ਤੇ ਫਿਰ ਜੰਗ ਦੇ ਮੈਦਾਨ 'ਚ ਲੜਿਆ ਨਹੀਂ ਜਾਂਦਾ, ਫਿਰ ਨੁਕਸਾਨ ਆਪਣਾ ਵੀ ਹੈ। ਦਿਮਾਗ ਸ਼ਾਂਤ ਤੇ ਸਰੀਰ ਵੀ ਰਸ ਵਿੱਚ ਹੋਣਾ ਚਾਹੀਏ। ਇਹ ਸਿੱਖਿਆ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਦਿੱਤੀ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠ ਕੇ, ਨਹੀਂ ਤਾਂ ਸਾਰਾ ਦਿਨ ਜੰਗ ਲੜਦੇ ਆ, ਕਿਤੇ ਸ਼ਾਮ ਨੂੰ ਮਨ ਸ਼ਾਂਤ ਹੁੰਦਾ। ਅਸੀਂ ਕਿਸੇ ਨਾਲ ਮਾੜਾ ਜਿਹਾ ਬੋਲ ਬਲਈਆ ਕਰ ਲਈਏ ਗੁੱਸੇ ਨਾਲ ਤੇ ਸਾਰਾ ਦਿਨ ਮਨ ਕ੍ਰਿਜਦਾ ਰਹਿੰਦਾ ਵੀ ਫਲਾਣੇ ਨੇ ਇਦਾਂ ਸਾਡੇ ਨਾਲ, ਉਹਨੇ ਇਹ ਗੱਲ ਕਹੀ, ਮੈਂ ਉਹਨੂੰ ਆਹ ਕਿਹਾ। ਕਿਉਂ? ਅਸੀਂ ਕੇਵਲ ਸਰੀਰਕ ਤੌਰ ਤੇ ਗੁੱਸੇ 'ਚ ਨਹੀਂ ਆਉਂਦੇ, ਮਨ ਕਰਕੇ ਵੀ ਸਾਡਾ ਹਿਰਦਾ ਕ੍ਰੋਧਿਤ ਹੁੰਦਾ। ਉਸ ਵੇਲੇ ਸੁਰਤੀ ਵਿੱਚ ਵੀ ਕਿਸੇ ਨਾਲ ਮਾੜਾ ਮੋਟਾ ਬੋਲ ਬਲਈਆ ਹੋ ਜਾਏ, ਮਨ ਅਸ਼ਾਂਤ ਰਹਿੰਦਾ। ਉਹ ਸਾਰਾ ਦਿਨ ਜੰਗ ਦੇ ਮੈਦਾਨ 'ਚ ਲੜਦੇ, ਸ਼ਾਮ ਨੂੰ ਐਨ ਟਿਕਾ ਨਾਲ ਰਹਿਰਾਸ ਸਾਹਿਬ ਦਾ ਪਾਠ ਸੁਣਦੇ, ਆਰਤੀ ਸੁਣਦੇ, ਕਿਵੇਂ ਹੋ ਜਾਂਦਾ ਸੀ ਸ਼ਾਂਤ ਹਿਰਦਾ? ਕਿਉਂਕਿ ਉਹਨਾਂ ਦੇ ਸਰੀਰ ਲੜਦੇ ਸੀ, ਸੁਰਤ ਮਹਾਰਾਜ ਜੀ ਦੇ ਚਰਨਾਂ 'ਚ ਟਿਕੀ ਰਹਿੰਦੀ ਸੀ। ਇਹਨੂੰ ਕਹਿੰਦੇ ਨੇ ਵੀਰ ਰਸ, ਜਿਹਦੇ 'ਚ ਹੋਸ਼ ਹੈ। ਹੋਸ਼ ਹੋਵੇ ਉਹਨੂੰ ਵੀਰ ਰਸ ਕਹਿੰਦੇ ਆ। ਕ੍ਰੋਧ 'ਚ ਹੋਸ਼ ਮਿਲ ਜੇ ਤੇ ਉਹ ਵੀਰ ਰਸ ਹੈ।
ਹੋਸ਼ ਨਾ ਹੋਵੇ ਤੇ ਉਸ ਕ੍ਰੋਧ ਨੂੰ ਚੰਡਾਲ ਕਹਿੰਦੇ। ਤੋ ਬੈਠ ਹਰਮੰਦਰ ਸੁਣੈ ਸੋ ਗਿਆਨ। ਜਦੋਂ ਜੋੜ ਮੇਲਿਆਂ ਤੇ ਆਉਂਦੇ ਸਿੰਘ ਹਰਮੰਦਰ ਸਾਹਿਬ ਵਿਖੇ ਬਹਿ ਕੇ ਗਿਆਨ ਸੁਣਦੇ ਹਨ। ਗੁਰ ਬਚਨਨ ਪਰ ਲਾਵੈ ਧਿਆਨ। ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਆਪਣਾ ਧਿਆਨ ਜੋੜਦੇ ਹਨ। ਅਕਾਲ ਬੁੰਗੈ ਚੜ ਤਖਤੈ ਬਹਿ। ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਬੈਠਦਾ ਹੈ। ਅਕਾਲ ਤਖਤ ਸਾਹਿਬ ਤੇ ਬਹਿ ਕੇ ਸਿੰਘ ਸਜਦੇ ਨੇ। ਲਾਏ ਦੀਵਾਨ ਗੁਰਮਤਿ ਮਤੈ ਹੈ। ਔਰ ਦੀਵਾਨ ਲਾ ਕੇ ਅਕਾਲ ਤਖਤ ਸਾਹਿਬ ਤੇ ਗੁਰਮਤਾ ਕਰਦੇ ਹਨ। ਸਰਬਤ ਖਾਲਸਾ ਹੋਏ ਅਦਾਲਤ। ਜਿਹੜੀ ਸਰਬੱਤ ਖਾਲਸੇ ਦੀ ਅਦਾਲਤ ਹੈ, ਜਦੋਂ ਸਰਬੱਤ ਖਾਲਸਾ ਹੁੰਦਾ ਤਾਂ ਉਹ ਅਕਾਲ ਤਖਤ ਸਾਹਿਬ ਤੇ ਹੀ ਹੁੰਦਾ। ਇਹ ਮਰਿਆਦਾ ਹੈ ਪੰਥ ਦੀ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ। ਸਰਬੱਤ ਖਾਲਸੇ ਹੋਏ ਅਦਾਲਤ। ਭਾਈ ਰਤਨ ਸਿੰਘ ਜੀ 200 ਸਾਲ ਤਕਰੀਬਨ ਪਹਿਲਾਂ ਇਹ ਲਿਖ ਰਹੇ ਨੇ ਬਚਨ ਕਿ ਜਿਹੜਾ ਸਰਬੱਤ ਖਾਲਸਾ ਹੁੰਦਾ ਹੈ ਔਰ ਸਰਬੱਤ ਖਾਲਸੇ 'ਚ ਜਿਹੜੇ ਮਤੇ ਕੀਤੇ ਜਾਂਦੇ ਆ, ਗੁਰਮਤੇ ਪਕਾਏ ਜਾਂਦੇ ਆ, ਸਲਾਹਾਂ ਕੀਤੀਆਂ ਜਾਂਦੀਆਂ ਨੇ, ਉਹ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੇ ਉੱਤੇ ਸਮੁੱਚੇ ਖਾਲਸੇ ਦਾ ਹੁੰਦਾ ਹੈ। ਅਸਿੱਖਨ ਗਾਰ ਸਿੰਘਨ ਪ੍ਰਤਪਾਲਕ। ਔਰ ਦੁਸ਼ਟਾਂ ਦਾ ਨਾਸ਼ ਕਰਕੇ ਸਿੰਘਾਂ ਦੀ ਪਾਲਣਾ ਕਿਵੇਂ ਕਰਨੀ ਹੈ, ਇਹ ਗੁਰਮਤੇ ਹੁੰਦੇ ਨੇ ਅਕਾਲ ਤਖਤ ਸਾਹਿਬ ਤੇ ਕਿ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ। ਪੰਥ ਦੀਆਂ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਨੀਤੀਆਂ ਦੀ ਘਾਟ ਅਕਾਲ ਤਖਤ ਸਾਹਿਬ ਤੇ ਸਿੰਘ ਇਕੱਠੇ ਹੋ ਕੇ ਘੜਦੇ ਹੈ। ਕਿਵੇਂ ਦੁਸ਼ਟਾਂ ਦਾ ਸੋਧਾ ਲਾਉਣਾ, ਮਲੇਛਾਂ ਦਾ ਨਾਸ਼ ਕਿਵੇਂ ਕਰਨਾ, ਪੰਥ ਨੂੰ ਕਿਵੇਂ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਯਤਨਸ਼ੀਲ ਹੋਣਾ, ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ, ਉਹ ਸਾਰੇ ਗੁਰਮਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਸਿੰਘ ਕਰਦੇ ਹਨ। ਦੋਹਰਾ ਜਿਤੈ ਪਾਪ ਉਹ ਖਾਪ ਕਰ ਲੁੱਟ ਕੁੱਟ ਨਿਤ ਲਿਆਹੇ। ਸਿੰਘ ਜਦੋਂ ਜੰਗਾਂ ਦੇ ਵਿੱਚ ਵਿਚਰਦੇ ਨੇ, ਪਿੰਡਾਂ ਵਿੱਚ ਵਿਚਰਦੇ ਨੇ, ਮਲੇਛਾਂ ਨੂੰ ਸੋਧਾ ਲਾਉਂਦੇ ਆ, ਲੁੱਟਦੇ ਆ, ਉਦੋਂ ਬਹੁਤ ਸਾਰੇ ਕਤਲ ਵੀ ਹੁੰਦੇ ਆ, ਮਰਦੇ ਵੀ ਆ। ਹਾਂਜੀ, ਇੱਕ ਇੱਕ ਚੁਬੈ ਤਾਲ ਗੁਰ ਸਭ ਕਲ ਦੂਰ ਕਰਾਹੇ। ਸਿੰਘ ਕਹਿੰਦੇ ਭਾਈ ਜੰਗ 'ਚ ਲੜ ਭਿੜ ਕੇ ਆਏ ਆ, ਕਿੰਨੇ ਵੈਰੀ ਮਰੇ ਨੇ, ਉਹਦੇ 'ਚ ਹੋ ਸਕਦਾ ਕੋਈ ਇਦਾਂ ਦਾ ਵੀ ਮਾਰਿਆ ਗਿਆ ਹੋਵੇ ਜਿਹੜਾ ਕੋਈ ਬੇਕਸੂਰ ਹੋਵੇ। ਵੈਸੇ ਤਾਂ ਯਤਨ ਹੁੰਦਾ ਵੀ ਨਾ ਮਾਰਿਆ ਜਾਏ, ਪਰ ਜਦੋਂ ਪਿੰਡਾਂ ਤੇ ਹਮਲੇ ਹੁੰਦੇ ਆ ਉਸ ਵੇਲੇ ਕੋਈ ਇਦਾਂ ਦੀ ਵੀ ਖੇਡ ਵਰਤ ਸਕਦੀ ਹੈ। ਤੋ ਸਿੰਘ ਕੀ ਕਹਿੰਦੇ, ਕਹਿੰਦੇ ਜੀ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੁੱਭਾ ਲਾ ਲਈਏ ਜਿੱਥੇ ਇਸ਼ਨਾਨ ਕੀਤਿਆਂ ਸਾਰੇ ਪਾਪ ਧੋਤੇ ਜਾਂਦੇ ਹੈ। ਵੀ ਜੇ ਕਿਸੇ ਕੋਲੋਂ ਅਚਨਚੱਕ ਕੋਈ ਪਾਪ ਹੋ ਜਾਏ, ਕੋਈ ਭੁੱਲ ਚੁੱਕ ਹੋ ਜਾਏ, ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੋਵਰ 'ਚ ਆ ਕੇ ਚੁੱਭਾ ਲਾਉਂਦੇ ਆ ਤੇ ਨਿਰਮਲ ਹੋ ਜਾਂਦੇ ਹਨ। ਚੋਪਈ ਸਿੰਘਨ ਕੀ ਸਭ ਪਾਪ ਚੜ ਜਾਏ। ਕਹਿੰਦੇ ਜਿਹੜੇ ਸਿੰਘਾਂ ਦੇ ਹੁਣ ਲੁੱਟਮਾਰ ਕਰਦੇ ਆ ਪਿੰਡਾਂ ਦੇ ਵਿੱਚ, ਮਜਬੂਰੀ ਸੀ, ਜਾਣਾ ਪੈਂਦਾ ਸੀ, ਖਰਚੇ ਕਿਵੇਂ ਚਲਾਣੇ ਆ। ਕਹਿੰਦੇ ਹੁਣ ਉਹ ਪਾਪ ਜਿਹੜੇ ਹੁੰਦੇ ਆ ਗੁਰੂ ਰਾਮਦਾਸ ਜੀ ਦੇ ਸਰੋਵਰ 'ਚ ਇਸ਼ਨਾਨ ਕਰਕੇ ਉਹ ਪਾਪ ਝੜ ਜਾਂਦੇ ਆ ਸਿੰਘਾਂ ਦੇ, ਕਿਉਂਕਿ ਉਹ ਪੰਥ ਦੇ ਭਲੇ ਵਾਸਤੇ ਵੀ ਨੇ ਔਰ ਲੋਕਾਂ ਦੀ ਆਜ਼ਾਦੀ ਵਾਸਤੇ ਵੀ ਨੇ। ਜਿਹੜੇ ਲੋਕਾਂ ਤੇ ਜ਼ੁਲਮ ਹੋ ਰਹੇ ਨੇ ਉਸ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਲਈ ਇਹ ਲੋੜ ਸੀ, ਇਹ ਜ਼ਰੂਰਤ ਸੀ। ਹਾਂਜੀ, ਹੁਤੇ ਜੋ ਆਪਸ ਮਾਹਿ ਕਮਾਏ। ਜਿਹੜੇ ਕਿਤੇ ਆਪਸ ਵਿੱਚ ਮਨ ਬਚ ਕਰਮ ਕਰਕੇ ਕੋਈ ਗੁਨਾਹ ਹੋ ਜਾਏ ਕਿਸੇ ਕੋਲੋਂ, ਸਿੰਘ ਉਹਦਾ ਪਛਤਾਵਾ ਕਰਕੇ ਮਨ 'ਚ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰ ਲੈਂਦੇ ਨੇ। ਕਉ ਕਮਾਏ ਕਉ ਲੁੱਟ ਖਾਏ। ਕਹਿੰਦੇ ਏਦਾਂ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਐ। ਕਈ ਸਿੰਘ ਜਾ ਕੇ ਲੁੱਟ ਮਾਰ ਕਰਕੇ ਲਿਆਉਂਦੇ ਐ। ਤਾਲ ਚੁਬੈ ਤੇ ਸਭ ਨਠ ਜਾਏ। ਹਾਂਜੀ, ਤਾਲ ਚੁਬੈ ਤੇ ਸਭ ਨਠ ਜਾਏ। ਕਹਿੰਦੇ ਜੇ ਕਿਸੇ ਕੋਲੋਂ ਮਨ ਬਚ ਕਰਮ ਕਰਕੇ ਕੋਈ ਭੁੱਲ ਹੁੰਦੀ ਐ, ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਿਆਂ ਉਹ ਸਾਰੀਆਂ ਭੁੱਲਾਂ ਸਤਿਗੁਰੂ ਜੀ ਬਖਸ਼ ਦਿੰਦੇ ਐ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਉਹਨਾਂ ਦੇ ਸਾਰੇ ਪਾਪ ਲੱਥ ਜਾਂਦੇ ਹਨ। ਸੋਰਠਾ ਸੁਨਹੁ ਸੁਤਾਲ ਪ੍ਰਤਾਪ ਨਾਇ ਜਾਏ ਜਿਹ ਪਗ ਧਰ ਹੈ। ਕਹਿੰਦੇ ਭਾਈ ਅੰਮ੍ਰਿਤਸਰ ਸਰੋਵਰ ਦਾ ਪ੍ਰਤਾਪ ਹੈ, ਜਿਹੜਾ ਜਾ ਕੇ ਅੰਮ੍ਰਿਤਸਰ ਸਰੋਵਰ ਵਿੱਚ ਆਪਣੇ ਪੈਰ ਪਾ ਕੇ ਇਸ਼ਨਾਨ ਕਰਦਾ ਹੈ। ਲੁੱਟ ਕੁੱਟ ਜਿਸ ਕਰ ਖਾਪ ਰਿਜਕ ਉਸੈ ਪਏ ਚੋਗੁਨੋ। ਕਹਿੰਦੇ ਇਹੋ ਜੀ ਖੇਡ ਵਰਤਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੰਮ੍ਰਿਤਸਰ ਸਰੋਵਰ 'ਚ ਜਿਹੜੇ ਸਿੰਘ ਇਸ਼ਨਾਨ ਕਰਦੇ ਆ, ਪਿੰਡਾਂ 'ਚ ਜਾਂਦੇ ਆ, ਜਦੋਂ
ਬਹੁਤ ਸਾਰੇ ਪੰਚਾਂ ਨੂੰ ਲੁੱਟ ਕੇ ਲਿਆਉਂਦੇ ਆ, ਕਿਉਂਕਿ ਮਜਬੂਰੀ ਸੀ, ਘੋੜੇ ਲੈਣੇ ਆ, ਹਥਿਆਰ ਖਰੀਦਣੇ, ਮਾਇਆ ਕਿੱਥੋਂ, ਸਿੰਘਾਂ ਦੇ ਕੋਲ ਕਿਹੜਾ ਹਾਲੇ ਰਾਜ ਸੀ ਆਪਣਾ, ਉਹ ਲਿਆਉਣਾ ਪੈਂਦਾ ਸੀ। ਕੀ ਹੁੰਦਾ ਜਦੋਂ ਸਿੰਘ ਆਉਂਦੇ ਆ ਨਾ ਅੰਮ੍ਰਿਤਸਰ ਸਾਹਿਬ, ਸਰੋਵਰ 'ਚ ਇਸ਼ਨਾਨ ਕਰਦੇ ਆ, ਜਿਹਦੇ ਘਰੋਂ ਲੁੱਟ ਕੇ ਲਿਆਉਂਦੇ ਆ ਨਾ, ਕੋਈ ਪੰਚ ਜਾਂ ਪਿੰਡ ਦਾ ਚੌਧਰੀ ਲੁੱਟਿਆ ਜਾਂਦਾ, ਮਲੇਛ ਨਹੀਂ, ਮਲੇਛ ਨੂੰ ਤਾਂ ਸੋਧਦੇ ਹੀ ਆ ਸਿੰਘ। ਕਈ ਵਾਰੀ ਪਿੰਡਾਂ ਦੇ ਜਿਹੜੇ ਮੁਖੀਏ ਪੰਚ ਸਰਪੰਚ ਉਹਨਾਂ ਦੇ ਘਰੋਂ ਵੀ ਲੈ ਆਉਂਦੇ ਆ ਮਾਇਆ ਦੇ ਗੱਫੇ ਸਿੰਘ। ਕਹਿੰਦੇ ਜਦੋਂ ਆ ਕੇ ਸਰੋਵਰ 'ਚ ਚਰਨ ਪਾਉਂਦੇ, ਇਸ਼ਨਾਨ ਕਰਦੇ, ਤੇ ਜਿਹਦੇ ਘਰੋਂ ਲਿਆਉਂਦੇ ਨੇ ਉਹਦੇ ਘਰ 4 ਗੁਣਾ ਹੋਰ ਵਾਧਾ ਪੈ ਜਾਂਦਾ। ਸਤਿ ਸ੍ਰੀ ਅਕਾਲ। ਜਿਹਦੇ ਖੇਤਾਂ ਦੇ ਵਿੱਚ ਘੋੜੇ ਫੇਰਦੇ ਆ ਫਸਲਾਂ, ਉੱਥੇ 4 ਗੁਣਾ ਵੱਧ ਫਸਲਾਂ ਪੈਦਾ ਹੋਣ ਲੱਗ ਪੈਂਦੀਆਂ। ਇਹ ਪੰਥ ਦਾ ਪ੍ਰਤਾਪ ਹੈ, ਇਹ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਹੈ। ਦੋਹਰਾ ਲੂਟੋ ਖੋਏ ਹੋਏ ਜੋ ਤਿਨ ਕੋ ਮਿਲੈ ਨ ਸਾਫ। ਕਹਿੰਦੇ ਜੇ ਕਿਸੇ ਕੋਲੋਂ ਕੋਈ ਲੁੱਟ ਖੋਹ ਹੁੰਦੀ ਵੀ ਹੈ ਨਾ, ਤੇ ਉਹਨੂੰ ਇਨਸਾਫ ਮਿਲ ਜਾਂਦਾ ਗੁਰੂ ਰਾਮਦਾਸ ਜੀ ਦੇ ਦਰਬਾਰ ਚੋਂ, ਉਹਦੇ ਘਰ ਵਿੱਚ ਵਾਧੇ ਪੈ ਜਾਂਦੇ ਹਨ। ਝੂਠਨ ਕੋ ਥਨ ਖਾ ਕਰੈ ਓ ਸਚਨ ਕਰਾਵੈ ਮਾਫ। ਜਿਹੜੇ ਝੂਠੇ ਨੇ ਉਹਨਾਂ ਨੂੰ ਦੰਡ ਮਿਲਦਾ ਹੈ, ਔਰ ਜਿਹੜੇ ਸੱਚੇ ਨੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੋਂ ਮਾਫੀ ਪ੍ਰਾਪਤ ਹੁੰਦੀ ਹੈ। ਦੋਹਰਾ 1810 ਉਪਰੇ ਫਿਰ ਆਇਓ ਅਹਿਮਦ ਸ਼ਾਹੀ। ਕਹਿੰਦੇ ਸਮਾਂ ਬੀਤਿਆ, 6 ਤੋਂ ਸ਼ਾਹ ਨਵਾਜ਼ ਮਰਿਆ 1806 ਚ। 1810 ਸੰਮਤ ਬਿਕਰਮੀ ਚ ਤਕਰੀਬਨ 4 ਸਾਲ ਬਾਅਦ ਅਬਦਾਲੀ ਹਿੰਦੁਸਤਾਨ ਤੇ ਫੇਰ ਆਇਆ ਚੜ ਕੇ। ਇਹਨੇ 8 ਤੋਂ ਵੱਧ ਹਮਲੇ ਕੀਤੇ ਨੇ ਅਬਦਾਲੀ ਨੇ ਹਿੰਦੁਸਤਾਨ ਤੇ, ਔਰ ਹਰ ਹਮਲੇ 'ਚ ਬੜਾ ਨੁਕਸਾਨ ਕਰਕੇ ਜਾਂਦਾ ਰਿਹਾ। ਤੋ 1810 ਸੰਮਤ ਬਿਕਰਮੀ ਵਿੱਚ ਅਬਦਾਲੀ ਚੜ ਕੇ ਆਇਆ। ਸਦਿਓ ਰੋਹਿਲ ਨਜੀਬ ਖਾਂ ਮੋਏ ਮੁਹੰਮਦ ਸ਼ਾਹੀ। ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ, ਰੰਗੀਲਾ ਤਾਂ ਇਹਨੂੰ ਕਹਿੰਦੇ ਸੀ ਕਿਉਂਕਿ ਐਸ਼ ਪ੍ਰਸਤੀ ਜੇ ਵਾਲਾ ਜੀਵਨ ਸੀ ਇਹਦਾ। ਜਦੋਂ ਇਹ ਮਰਿਆ ਨਾ, ਤੇ ਉਸ ਵੇਲੇ ਦਾ ਵਜ਼ੀਰ ਸੀ, ਉਹਦਾ ਨਾਂ ਸੀ ਰੋਹੇਲਾ ਨਜੀਬ ਖਾਂ। ਨਜੀਬ ਦੌਲਾ ਵੀ ਇਹਨੂੰ ਕਹਿੰਦੇ, ਰੋਹੇਲਾ। ਇਹ ਰੋਹੇਲ ਖੰਡ ਦਾ ਰਹਿਣ ਵਾਲਾ ਹੋਣ ਕਰਕੇ ਰੋਹੇਲ ਇਧਰ ਅਫਗਾਨਿਸਤਾਨ ਦੇ ਇਲਾਕੇ ਦੇ ਰਹਿਣ ਵਾਲੇ ਨੂੰ, ਜਿਹੜੇ ਖੈਬਰ ਦੇ ਇਲਾਕੇ ਦੇ ਰਹਿਣ ਵਾਲੇ ਲੋਕ ਹੁੰਦੇ, ਦਰਾਏ ਖੈਬਰ ਦੇ, ਉਹਨਾਂ ਨੂੰ ਰੋਹੇਲੇ ਕਹਿੰਦੇ ਆ। ਇਹ ਉਧਰ ਦਾ ਹੀ ਸੀ, ਅਬਦਾਲੀ ਦਾ ਯਾਰ ਸੀ। ਇਹਨੇ ਆਪਣੀ ਮਦਦ ਵਾਸਤੇ ਵੀ ਮੁਹੰਮਦ ਸ਼ਾਹ ਮਰ ਗਿਆ ਤੇ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਾ, ਆਪਣੇ ਕਾਬਜ ਕਰਾਂ, ਇਹਨੇ ਅਬਦਾਲੀ ਨੂੰ ਸੱਦਾ ਭੇਜ ਕੇ ਬੁਲਾਇਆ। ਇਹੀ ਬੁਲਾਉਂਦੇ ਸੀ ਅਬਦਾਲੀ ਨੂੰ ਕਦੇ ਨਾਦਰ ਨੂੰ। ਚੌਪਈ 4 ਭਾਵ ਕੇ 4 ਵਜ਼ੀਰ। ਹਿੰਦੁਸਤਾਨ ਦੀਆਂ 4 ਬਾਈਆਂ ਦੇ 4 ਵਜ਼ੀਰ ਸੀ, ਜਿਹੜੇ ਸਾਰੇ ਹਿੰਦੁਸਤਾਨ 'ਚ ਰਾਜ ਕਰਦੇ ਸੀ। ਦਬਿਓ ਆਪ 3 ਮੁਲਕ ਗੰਭੀਰ। ਉਹਨਾਂ 4ਾਂ ਨੇ ਜਦੋਂ ਮੁਹੰਮਦ ਸ਼ਾਹ ਮਰਿਆ ਨਾ, 4ਾਂ ਨੇ ਆਪੋ ਆਪਣਾ ਮੁਲਕ ਦੱਬ ਲਿਆ, ਯਾਨੀ ਕਿ ਬਾਗੀ ਹੋ ਗਏ ਵੀ ਸਾਨੂੰ ਹੁਣ ਕਿਹੜਾ ਜਵਾਬ ਦੇਣਾ ਪੈਣਾ ਹੈ। ਆਪਸ ਮਾਹਿ ਸ਼ਰੀਕਤ ਕਰੈ। ਆਪਸ ਵਿੱਚ ਉਹ 4 ਵਜ਼ੀਰ ਜਿਹੜੇ ਸੀ ਸ਼ਰੀਕਾ ਕਰਦੇ ਸੀ ਇੱਕ ਦੂਜੇ ਨਾਲ। ਆਪਸ ਮਾਹਿ ਸੁਮਾਰੈ ਮਰੈ। ਆਪਸ ਵਿੱਚ ਇੱਕ ਦੂਜੇ ਨੂੰ ਮਾਰਦੇ ਤੇ ਮਰਦੇ ਨੇ। ਲਖਨਊ ਮਲਿਓ ਮਨਸੂਰ ਹੈ ਅਲੀ। ਜਿਹੜਾ ਲਖਨਊ ਦਾ ਇਲਾਕਾ ਸੀ ਚੜ੍ਹਦੇ ਵਾਲੇ ਪਾਸੇ ਦਾ, ਉਹ ਮਨਸੂਰ ਅਲੀ ਨਾਮ ਦਾ ਇੱਕ ਵਜ਼ੀਰ ਸੀ, ਉਹਨੇ ਮੱਲ ਲਿਆ। ਉਹ ਆਪ ਹੀ ਬਾਗੀ ਹੋ ਗਿਆ, ਕਹਿੰਦਾ ਇਹ ਹੁਣ ਮੇਰਾ ਰਾਜ ਆ, ਮੈਂ ਦਿੱਲੀ ਤੋਂ ਵੱਖਰਾ ਹਾਂ। ਮਨਸੂਰੀ ਟਕੇ ਮੋਹਰ ਜਿਹੇ ਚਲੀ। ਇਹਦੇ ਨਾਂ ਤੇ ਮਨਸੂਰੀ ਟਕੇ ਤੇ ਮਨਸੂਰੀ ਮੋਹਰਾਂ ਚੱਲੀਆਂ ਸੀ ਪੁਰਾਣੇ ਸਮਿਆਂ ਵਿੱਚ। ਹੁਣ ਵੀ ਉਹ ਕਿਤੇ ਕਿਤੇ ਜਿਹਨਾਂ ਨੂੰ ਪੁਰਾਣੇ ਟਕੇ ਜਾਂ ਸਿੱਕੇ ਸਾਂਭਣ ਦੀ ਸੁਭਾਅ ਉਹਨਾਂ ਦੇ ਕੋਲ, ਕਈਆਂ ਕੋਲ ਹੈਣ, ਉਹਨਾਂ ਨੂੰ ਮਨਸੂਰੀ ਟਕੇ ਤੇ ਮਨਸੂਰੀ ਮੋਹਰਾਂ ਜਿਹੜੀਆਂ ਸੀ ਇਹਨੇ ਆਪਣੇ ਨਾਂ ਤੇ ਲਖਨਊ ਦੇ ਇਲਾਕੇ ਵਿੱਚ ਚਲਾਈਆਂ ਸਨ। ਹੁਤੋ ਵਜ਼ੀਰ ਨਿਜ਼ਾਮ ਹੈ ਅਲੀ। ਦੂਜਾ ਸੀ ਨਿਜ਼ਾਮ ਅਲੀ ਨਾਮ ਦਾ ਵਜ਼ੀਰ। ਦੱਖਣ ਰੋਕ ਰੱਖੀ ਉਨ ਭਲੀ। ਇਹਨੇ ਦੱਖਣ ਦਿਸ਼ਾ ਮੱਲ ਲਈ। ਇਹ ਕਹਿੰਦਾ ਇੱਥੋਂ ਦਾ ਮੈਂ ਰਾਜਾ, ਮੈਂ ਨਹੀਂ ਦਿੱਲੀ ਨੂੰ ਸਿਆਣਦਾ। ਮੁਹੰਮਦ ਸ਼ਾਹ ਮਰ ਗਿਆ ਸੀ। 4 ਵਜ਼ੀਰ 4 ਦਿਸ਼ਾਵਾਂ ਵਿੱਚ ਸੀ। ਲਖਨਊ ਦਾ ਇਲਾਕਾ ਮਨਸੂਰ ਅਲੀ ਨੇ ਦੱਬ ਲਿਆ, ਜਿਹੜਾ ਦੱਖਣ ਦਾ ਇਲਾਕਾ ਸੀ ਉਹ ਨਿਜ਼ਾਮ ਅਲੀ ਨੇ ਦੱਬ ਲਿਆ। ਦੋਹਰਾ
दिल्ली के पतशाह को इनकीनो लूण हराम। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਦਾ ਲੂਣ ਖਾ ਕੇ ਇਹਨਾਂ ਨੇ ਲੂਣ ਹਰਾਮੀ ਕੀਤੀ। रोहेला गिल जै जा मिलियो नजीब खान उस नाम। ਜਿਹੜਾ ਰੋਹੇਲਾ ਨਜੀਬ ਖਾਨ ਸੀ ਤੀਜਾ, ਇਹ ਅਬਦਾਲੀ ਦੇ ਨਾਲ ਜਾ ਰਲਿਆ, ਇਹਨੇ ਉਹਨੂੰ ਸੱਦ ਲਿਆ ਆਪਣੀ ਮਦਦ ਲਈ ਗਿਲਜੇ ਨੂੰ। ਚੌਪਈ ਮੁਗਲ ਗਾਜ ਦੀ ਮਰਹਟਨ ਲਿਆਵੇ। ਤੇ ਚੌਥਾ ਸੀ ਗਾਜੀ ਦੀਨ, ਇਹਨੇ ਮਰੱਟੇ ਲੈ ਆਂਦੇ ਚੜਾ ਕੇ ਦਿੱਲੀ ਦੇ ਤਖਤ ਤੇ। ਮਰੱਟਿਆਂ ਤੇ ਅਬਦਾਲੀ ਦਾ ਵੀ ਜੰਗ ਹੋਇਆ, ਉਹਨਾਂ ਦੀ ਵੀ ਆਪਸੀ ਲੜਾਈ ਹੁੰਦੀ ਰਹੀ ਹੈ। ਉਹ ਮਰੱਟਿਆਂ ਨੂੰ ਲੈ ਆਇਆ ਮਦਦ ਵਾਸਤੇ ਨਾਲ। ਮਰਹੱਟੇ ਪਹੁੰਚ ਗਏ, ਗਾਜੀ ਦੀਨ ਉਹਨਾਂ ਨੂੰ ਲੈ ਆਇਆ, ਔਰ ਜਿਹੜਾ ਰੋਹੇਲਾ ਨਜੀਬ ਖਾਨ ਸੀ ਇਹ ਅਬਦਾਲੀ ਨੂੰ ਲੈ ਆਇਆ। ਲਖਨਊ ਮਨਸੂਰ ਅਲੀ ਨੇ ਦੱਬ ਲਿਆ, ਔਰ ਜਿਹੜਾ ਦੱਖਣ ਦਾ ਇਲਾਕਾ ਸੀ ਉਹ ਜਿਹੜਾ ਨਿਜ਼ਾਮ ਅਲੀ ਸੀ ਉਹਨੇ ਦੱਬ ਲਿਆ। ਰੋਹੇਲੇ ਉਪਰ ਉਹਨੇ ਚੜਾਵੇ। ਇਹ ਰੋਹੇਲਿਆਂ ਦੇ ਉੱਤੇ ਚੜਾ ਕੇ ਮਰਹੱਟਿਆਂ ਨੂੰ ਲੈ ਆ ਗਾਜੀ ਦੀਨ। ਨਜੀਬ ਖਾਨ ਨੇ ਨਜੀਬਗੜ੍ਹ ਰਚਾ। ਨਜੀਬ ਖਾਨ ਨੇ ਆਪਣੇ ਨਾਂ ਤੇ ਇੱਕ ਕਿਲਾ ਰਚਿਆ, ਉਹਦਾ ਨਾਮ ਨਜੀਬਗੜ੍ਹ ਰੱਖਿਆ। ਮੁਗਲ ਪਠਾਨ ਬੈਰ ਤਬ ਮਚਾ। ਏਦਾਂ ਮੁਗਲਾਂ ਤੇ ਪਠਾਨਾਂ ਦਾ ਬੈਰ ਮਚ ਗਿਆ, ਮੁਗਲਾਂ ਤੇ ਪਠਾਨਾਂ ਦੀ ਲੜਾਈ ਹੋਣ ਲੱਗੀ। ਦੋਹਰਾ ਮੁਹੰਮਦ ਸ਼ਾਹ ਜਬ ਮਰ ਗਇਓ ਦਿੱਲੀ ਪਰ ਗਇਓ ਰੋਲ। ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰਿਆ, ਉਹਦੇ ਮਰਨ ਤੋਂ ਬਾਅਦ ਕਹਿੰਦੇ ਇੱਕ ਵਾਰੀ ਸਾਰੇ ਦਿੱਲੀ 'ਚ ਸ਼ੋਰ ਮਚ ਗਿਆ, ਰੌਲਾ ਪੈ ਗਿਆ, ਤਰਥੱਲੀ ਮਚ ਗਈ, ਆਪੋ ਆਪੀ ਪੈ ਗਈ। ਜਿਹੜੇ ਇਲਾਕੇ 'ਚ ਬੈਠਾ ਸੀ ਉੱਥੇ ਹੀ ਕਾਬਜ ਹੋ ਗਿਆ। ਰਹਿਓ ਨਜੀਬ ਹੈ ਖਾਨਿਓ ਮੁਗਲ ਗਾਜ ਦੀ ਬੋਲ। ਹੁਣ ਨਜੀਬ ਖਾਨ ਤੇ ਗਾਜੀ ਦੀਨ ਇਹਨਾਂ ਦਾ ਭੇੜ ਹੋਣ ਲੱਗਾ। ਨਜੀਬ ਖਾਨ ਲੈ ਆਇਆ ਇਧਰੋਂ ਅਬਦਾਲੀ ਨੂੰ ਸੱਦ ਕੇ, ਔਰ ਦੂਜੇ ਪਾਸੇ ਜਿਹੜਾ ਗਾਜੀ ਦੀਨ ਹੈ ਉਹ ਮਰੱਟਿਆਂ ਨੂੰ ਸੱਦ ਕੇ ਲਾਇਆ ਮਦਦ ਵਾਸਤੇ। ਚੌਪਈ ਰੋਹੇਲੇ ਨੇ ਪਠਾਨ ਮੰਗਾਇਆ। ਰੋਹੇਲੇ ਨੇ ਪਠਾਨ ਸੱਦ ਲਏ। ਮੁਗਲਨ ਕੋ ਵਹ ਚਾਹਤ ਮਰਾਇਆ। ਜਿੰਨੇ ਮੁਗਲ ਸੀ ਉਹਨਾਂ ਨੂੰ ਮਰਵਾਣਾ ਚਾਹੁੰਦਾ ਸੀ। ਇਤ ਵਿਦ ਸਤਗੁਰ ਬਾਤ ਬਣਾਵੇ। ਕਹਿੰਦੇ ਵੇਖੋ ਮਹਾਰਾਜ ਜੀ ਕਿਵੇਂ ਪੰਥ ਦੇ ਕਾਰਜ ਆਪੇ ਹੀ ਕਰੀ ਜਾਂਦੇ ਆ। ਸਤਿਗੁਰੂ ਜੀ ਆਪਣੇ ਸੇਵਕਾਂ ਦੇ ਕਾਰਜ, ਖਾਲਸੇ ਦੇ ਕਾਰਜ ਆਪੇ ਹੀ ਕਰੀ ਜਾਂਦੇ ਨੇ। ਤੁਰਕਨ ਤੇ ਇਮ ਤੁਰਕ ਮਰਾਵੇ। ਏਦਾਂ ਮਲੇਛਾਂ ਤੋਂ ਮਲੇਸ਼ ਮਰਵਾਣ ਲੱਗ ਪਏ ਸਤਿਗੁਰੂ ਜੀ। ਸਿੰਘਨ ਕੋ ਵਿੱਚ ਲੱਗ ਗਇਓ ਹੁਣ ਦਾਈ। ਆ ਜਿਹੜਾ ਸਮਾਂ ਸੀ ਸਿੰਘਾਂ ਵਾਸਤੇ ਬੜਾ ਵਧੀਆ ਸਮਾਂ ਸੀ। ਖਾਲਸੇ ਨੇ ਆਖਿਆ ਵੀ ਇਹਦੇ 'ਚ ਹੁਣ ਜਿੰਨਾ ਅਸੀਂ ਆਪਣੇ ਆਪ ਨੂੰ ਕਾਮਯਾਬ ਕਰ ਲਈਏ ਉਹ ਹੁਣ ਯੋਗ ਬਣ ਗਿਆ। ਉਧਰ ਉਹ ਆਪਣੇ ਲੜਾਈਆਂ ਝਗੜਿਆਂ 'ਚ ਉਲਝੇ ਸੀ, ਹੁਣ ਖਾਲਸੇ ਵੱਲ ਥੋੜੀ ਧਿਆਨ ਸੀ ਉਹਨਾਂ ਦਾ। ਹੁਣ ਖਾਲਸੇ ਦਾ ਵੀ ਚੰਗਾ ਦਾ ਲੱਗਾ। ਮਾਰੇ ਤੁਰਕਨ ਕੋ ਸਿੰਘ ਧਾਏ। ਸਿੰਘ ਹੱਲਾ ਕਰਕੇ ਤੁਰਕਾਂ ਨੂੰ ਜਾ ਘੇਰਦੇ ਮਾਰਦੇ ਨੇ। ਓਏ ਦਊ ਭੀ ਖਾਲਸੇ ਮਾਰੇ। ਉਹ ਵੀ ਕਹਿੰਦੇ ਆਉਂਦੇ ਜੇ ਖਾਲਸੇ ਨੂੰ ਮਾਰਨ ਵਾਸਤੇ। ਖਾਲਸ ਉਨ ਦਊਨ ਕੋ ਗਾਰੇ। ਉਹ ਦੋਹਾਂ ਪਾਸਿਓਂ ਆਉਂਦੇ ਆ ਮਾਰਨ, ਪਠਾਨ ਵੀ ਤੇ ਮੁਗਲ ਵੀ। ਇਧਰੋਂ ਖਾਲਸੇ ਦੋਹਾਂ ਨੂੰ ਮਾਰਦੇ ਨੇ ਉਹਨਾਂ ਨੂੰ। ਦੋਹਰਾ ਗਾਜ ਦੀ ਸੱਦੇ ਮਰਹੱਟੇ ਘੇਰਿਓ ਰੋਹੇਲੋ ਆਏ। ਗਾਜੀ ਦੀਨ ਨੇ ਮਰੱਟੇ ਸੱਦ ਲਏ, ਉਹਨਾਂ ਨੇ ਆ ਕੇ ਰੋਹੇਲੇ ਨਜੀਬ ਦੌਲੇ ਨੂੰ ਘੇਰਾ ਪਾ ਲਿਆ। ਜਿਸ ਤੇ ਅਹਿਮਦ ਸ਼ਾਹ ਕਹੇ ਪਠਾਨ ਸੋ ਲਿਓ ਬੁਲਾਏ। ਔਰ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਮਦਦ ਵਾਸਤੇ ਸੱਦ ਲਿਆ। ਚੌਪਈ ਤਬ ਉਨ ਅਹਿਮਦ ਸ਼ਾਹ ਬੁਲਾਇਆ। ਜਦੋਂ ਅਹਿਮਦ ਸ਼ਾਹ ਚੱਲ ਕੇ ਆਇਆ, ਆਨ ਉਸੇ ਨੇ ਸੋ ਛੁਡਾਇਆ। ਅਬਦਾਲੀ ਨੇ ਮਰੱਟਿਆਂ ਨੂੰ ਭਾਜੜ ਪਾ ਦਿੱਤੀ, ਭਜਾ ਦਿੱਤਾ, ਔਰ ਜਿਹੜਾ ਰੋਹੇਲਾ ਸੀ ਉਹਨਾਂ ਦੇ ਵਿੱਚੋਂ ਉਹਨੂੰ ਛੁਡਾ ਲਿਆ। ਏਦਾਂ ਰੋਹੇਲੇ ਨੂੰ ਮਾਲਕ ਬਣਾ ਦਿੱਤਾ। ਲਾਹੌਰ ਸਰਹੰਦ ਉਸੈਨੇ ਮਲੀ। ਲਾਹੌਰ ਤੇ ਸਰਹੰਦ ਦਾ ਇਲਾਕਾ ਉਹਨੇ ਮੱਲ ਲਿਆ। ਛੁਡਾਏ ਲਈ ਮਰਹੱਟੇ ਤੇ ਦਿੱਲੀ। ਤੇ ਮਰਹੱਟਿਆਂ ਤੋਂ ਦਿੱਲੀ ਜਿਹੜੀ ਸੀ ਉਹ ਫਤਿਹ ਕਰਕੇ ਪ੍ਰਾਪਤ ਕਰ ਲਈ ਅਬਦਾਲੀ ਨੇ। ਗਾਜ ਦੀ ਫੇਰ ਮਰਹੱਟੇ ਬੁਲਾਏ। ਗਾਜੀ ਦਿਨ ਫੇਰ ਮਰਹੱਟੇ ਬੁਲਾ ਕੇ ਲੈ ਆਉਂਦਾ ਸੀ, ਇਧਰੋਂ ਅਬਦਾਲੀ ਨੂੰ ਸੱਦ ਲੈਂਦਾ ਸੀ। ਏਦਾਂ ਕਈ ਵਾਰ ਹੁੰਦਾ ਰਿਹਾ। ਸੋ ਰੋਹੇਲੇ ਦੇ ਗਿਰਦ ਕਰਵਾਏ। ਉਹ ਰੋਹੇਲੇ ਦੇ ਫੇਰ ਉੱਤੇ ਮਰਹੱਟਿਆਂ ਨੂੰ ਅਬਦਾਲੀ ਜਾਂਦਾ ਸੀ, ਪਿੱਛੋਂ ਫੇਰ ਮਰਹੱਟਿਆਂ ਨੂੰ ਸੱਦ ਕੇ ਨਜੀਬ ਦੌਲੇ ਦੇ ਉੱਤੇ ਹੱਲਾ ਬੋਲ ਦਿੰਦੇ ਸਨ। ਰੋਹੇਲੇ ਨੇ ਫਿਰ ਸਦੇ ਪਠਾਨ। ਇਹ ਫਿਰ ਪਠਾਣਾ ਨੂੰ ਸੱਦ ਲੈਂਦਾ ਸੀ ਮਦਦ ਵਾਸਤੇ। ਸੋ ਕਰ ਆਇਓ ਕਬਲੋ ਤਾਣ। ਉਹ ਫਿਰ ਕਾਬਲ ਤੋਂ ਹਮਲਾ ਕਰਕੇ ਅਬਦਾਲੀ ਚੜ ਕੇ ਆ ਜਾਂਦਾ। ਮੀਰ ਮਨੂ ਕੋ ਸੁਸਤੀ ਭਈ। ਇਧਰ ਮੀਰ ਮੰਨੂ ਵਾਸਤੇ ਵੀ ਕਾਰਨ ਸੁਸਤੀ ਦਾ ਬਣ ਗਿਆ। ਦਿੱਲੀ ਤੇ ਕੁਛ ਮਦਦ ਨਹੀਂ ਆਈ। ਹੁਣ ਦਿੱਲੀ ਤੋਂ ਇਹ ਮਦਦ ਵਾਸਤੇ ਇਹਨੂੰ ਕੋਈ ਪਹੁੰਚੇ ਨਾ। ਲਾਹੌਰ ਦੇ ਉੱਤੇ ਆ ਕੇ ਅਬਦਾਲੀ ਹਮਲਾ ਕਰ ਦਿੰਦਾ
ਹੁੰਦਾ ਸੀ। ਆਨ ਕਾਬਲੀ ਸ਼ਹਦਰੇ ਪਰਿਓ, ਤੇ ਕਾਬਲੀ ਜਿਹੜੇ ਸਨ ਅਬਦਾਲੀ ਸਮੇਤ ਮੀਰ ਮੰਨੂ ਦੇ ਸ਼ਹਿਰ ਲਾਹੌਰ ਦੇ ਕੋਲ ਸ਼ਾਹ ਦਰਿਆ ਪਹੁੰਚੇ। ਵਿੱਚ ਲਾਹੌਰ ਕੋੜਾ ਮਲ ਅੜਿਓ, ਔਰ ਇਧਰ ਦੀਵਾਨ ਕੌੜਾ ਮੱਲ ਜੀ ਅਬਦਾਲੀ ਦਾ ਮੁਕਾਬਲਾ ਕਰਨ ਲਈ ਮੀਰ ਮੰਨੂ ਵੱਲੋਂ ਉੱਥੇ ਲੜਨ ਲੱਗ ਪਏ। ਤਿੰਨ ਸਿੰਘਨ ਕੋ ਲਿਖਿਓ ਬਣਾਈ, ਤੇ ਦੀਵਾਨ ਕੌੜਾ ਮੱਲ ਜੀ ਨੂੰ ਪੰਥ ਦਾ ਹੀ ਆਸਰਾ ਹੁੰਦਾ ਸੀ। ਉਹਨੇ ਖਾਲਸੇ ਨੂੰ ਸੁਨੇਹਾ ਭੇਜਿਆ, ਹਮ ਤੁਮ ਹਿੰਦੂ ਇੱਕ ਗੁਰ ਭਾਈ, ਕਹਿਣ ਲੱਗੇ ਅਸੀਂ ਵੀ ਗੁਰੂ ਕੇ ਸਿੱਖ ਹਾਂ, ਤੁਸੀਂ ਵੀ ਕਲਗੀਧਰ ਦੇ ਸਿੱਖ ਹੋ, ਆਪਾਂ ਗੁਰ ਭਾਈ ਹਾਂ। ਦੀਨ ਮਜਬ ਕੀ ਬਾਤ ਸੁਨਾਈ, ਹੁਣੇ ਆਪਣੇ ਧਰਮ ਦੀ ਬਾਤ ਹੋ ਗਈ ਹੈ। ਅਬਦਾਲੀ ਆਇਆ, ਮੀਰ ਮੰਨੂ ਨੇ ਮੇਰੀ ਡਿਊਟੀ ਲਾਈ ਆ ਲੜਨ ਦੀ, ਤੇ ਮੈਨੂੰ ਪੰਥ ਦਾ ਆਸਰਾ, ਤੇ ਪੰਥ ਆ ਕੇ ਮੇਰੀ ਮਦਦ ਕਰੇ। ਗਿਲ ਜਨ ਕੋ ਤੁਮ ਦੇਹੋ ਹਟਾਈ, ਇਹਨਾਂ ਗਿਲਜਿਆਂ ਨੂੰ ਆ ਕੇ ਹਟਾਓ ਤੇ ਇਹਨਾਂ ਤੋਂ ਖਹਿੜਾ ਛੁਡਾਓ। ਦਇਓ ਖਰਚ ਕੋ ਸਿੱਕਾ ਦਾਰੂ, ਤੇ ਖਰਚ ਦਿੱਤਾ ਖਾਲਸੇ ਨੂੰ, ਸਿੱਕੇ ਦਾਰੂ ਦੇਣ ਦਾ ਵਚਨ ਕੀਤਾ। ਟਕੋ ਦੇਣ ਕੋ ਕੀਓ ਤਿਆਰ, ਔਰ ਟਕੇ ਦੇਣ ਵਾਸਤੇ ਵੀ ਮੀਰ ਮੰਨੂ ਨੇ ਹਾਮੀ ਭਰੀ ਕਿ ਮੈਂ ਖਾਲਸੇ ਦੀ ਟਕਿਆਂ ਨਾਲ ਵੀ ਮਦਦ ਕਰਾਂਗਾ। ਮੀਰ ਮਨੂ ਤੇ ਦਇਓ ਲਿਖਾਈ, ਮੀਰ ਮੰਨੂ ਕੋਲੋਂ ਲਿਖਤ ਕਰਵਾ ਦਿੱਤੀ ਦੀਵਾਨ ਕੌੜਾ ਮੱਲ ਜੀ ਨੇ। ਸੋ ਪੀ ਘਲਿਓ ਸਿੰਘਨ ਕੇ ਪਾਏ, ਉਹ ਲਿਖਤ ਵੀ ਖਾਲਸੇ ਦੇ ਕੋਲ ਭੇਜ ਦਿੱਤੀ। ਦੋਹਰਾ ਇਸ ਗੁਨੀਮ ਕੋ ਮੋੜ ਕੇ ਫਿਰ ਹਮ ਕਰ ਹੈ ਗੱਲ, ਕਹਿਣ ਲੱਗੇ ਖਾਲਸਾ ਜੀ ਹੁਣ ਆਪਸ ਵਿੱਚ ਲੜਨ ਦੀ ਹੁਣ ਆਪਾਂ ਨੂੰ ਲੋੜ ਨਹੀਂ। ਪਹਿਲਾਂ ਜਿਹੜਾ ਗਨੀਮ ਆਇਆ ਚੜ ਕੇ ਅਬਦਾਲੀ, ਇਹਨੂੰ ਮੋੜੀਏ, ਇਹਨੂੰ ਮੋੜਨ ਤੋਂ ਬਾਅਦ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ। ਆਕੀ ਜੋ ਹਮ ਤੇ ਰਹਿ ਲਿਓ ਮੁਲਕ ਤੁਮ ਮਲ, ਜਿਹੜੇ ਜਿਹੜੇ ਮੀਰ ਮੰਨੂ ਤੋਂ ਜਾਂ ਦਿੱਲੀ ਤੋਂ ਆਕੀ ਹੋਏ ਨੇ ਉਹ ਸਾਰੇ ਮੁਲਕ ਤੁਸੀਂ ਮੱਲ ਲਿਓ, ਤੁਹਾਡੇ ਹੋਣਗੇ। ਦੀਵਾਨ ਕੌੜਾ ਮੱਲ ਜੀ ਨੇ ਲਿਖਤ ਭੇਜ ਦਿੱਤੀ, ਆ ਜਿੰਨੇ ਪਹਾੜੀ ਰਿਆਸਤਾਂ ਨੇ ਆਕੀ ਨੇ ਇਹ ਵੀ ਮੱਲ ਲਿਓ। ਪੰਜਾਬ ਦਾ ਇਲਾਕਾ ਜਿਹੜਾ ਆਕੀ ਹੈ ਵੀ ਮੱਲ ਲਿਓ। ਉਧਰ ਮੇਰਠ ਤੱਕ ਦਾ ਇਲਾਕਾ ਜਿਹੜਾ ਯੂਪੀ ਦੇ ਵਿੱਚ ਲਖਨਊ ਵਾਲੇ ਪਾਸੇ ਤਾਈਂ ਮੁਰਾਦਾਬਾਦ ਤੱਕ ਦਾ ਉਹ ਵੀ ਇਲਾਕਾ ਆਕੀ ਹੋਇਆ ਦਿੱਲੀ ਤੋਂ, ਉਹ ਵੀ ਤੁਸੀਂ ਮੱਲ ਲਿਓ। ਜਿਹੜੇ ਸਾਡੇ ਤੋਂ ਆਕੀ ਨੇ ਉਹ ਤੁਸੀਂ ਮੱਲ ਲਿਓ, ਪਰ ਪਹਿਲਾਂ ਇਸ ਅਬਦਾਲੀ ਨੂੰ ਵਾਪਸ ਟੋਰੋ। ਚੌਪਈ ਜਬ ਤੇ ਬੰਦੇ ਰੋਕਾ ਪਹਾੜ, ਬਾਬਾ ਬੰਦਾ ਸਿੰਘ ਜੀ ਨੇ ਜਦੋਂ ਇਹਨਾਂ ਪਹਾੜੀ ਰਿਆਸਤਾਂ ਤੇ ਫਤਿਹ ਕੀਤੀ ਸੀ, ਪੈਸਾ ਨ ਆਇਆ ਤੁਰਕਨ ਬਾਰ, ਬੰਦਾ ਜੀ ਦੀ ਬਾਬੇ ਬੰਦੇ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਹ ਜਿਹੜੇ ਪਹਾੜੀ ਰਿਆਸਤਾਂ ਵਾਲੇ ਰਾਜੇ ਸੀ ਇਹਨਾਂ ਨੇ ਮੁੜ ਕੇ ਕਦੇ ਟਕੇ ਨਹੀਂ ਭੇਜੇ, ਨਾ ਲਾਹੌਰ ਤੇ ਨਾ ਦਿੱਲੀ। ਇਹ ਕਹਿੰਦੇ ਜੀ ਅਸੀਂ ਤਾਂ ਹੁਣ ਵੱਖਰੇ ਹੋ ਗਏ ਆ ਤੁਹਾਡੇ ਤੋਂ। ਇਹਨਾਂ ਨੇ ਮੁੜ ਕੇ ਕਦੇ ਟੈਕਸ ਨਹੀਂ ਸੀ ਤਾਰਿਆ। ਉਨ ਗਏ ਖਾਲਸੇ ਸੋ ਕਰੀ ਖੁਆਰੀ, ਕਹਿੰਦੇ ਜਦੋਂ ਸਿੰਘ ਗਏ ਸੀ ਘੱਲੂ ਘਾਰੇ ਦੇ ਦੌਰਾਨ ਉਧਰ ਪਹਾੜਾਂ 'ਚ ਇਹਨਾਂ ਨੇ ਬੜੀ ਖੁਆਰੀ ਕੀਤੀ। ਇਹਨਾਂ ਪਹਾੜੀਆਂ ਨੇ ਵੀ ਬੜੇ ਸਿੰਘ ਘੱਲੂ ਘਾਰੇ 'ਚ ਮਾਰੇ ਸਨ। ਮੁਲਕ ਮਲੋ ਤੁਮ ਸੱਤੇ ਧਾਰੀ, ਲਿਖ ਕੇ ਭੇਜਿਆ ਮੀਰ ਮੰਨੂ ਨੇ, ਕਹਿੰਦਾ ਖਾਲਸਾ ਜੀ ਜਿਹੜੀਆਂ 7 ਧਰਾਵਾਂ ਨੇ ਪਹਾੜੀਆਂ ਦੀਆਂ ਰਿਆਸਤਾਂ ਦੀਆਂ ਇਹ ਤੁਹਾਡੀਆਂ ਨੇ, ਤੁਸੀਂ ਮੱਲ ਲਿਓ, ਬਸ ਇੱਕ ਵਾਰੀ ਅਬਦਾਲੀ ਨੂੰ ਖਹਿੜਾ ਛੁਡਾ ਦਿਓ ਮੇਰਾ। ਏਦਾਂ ਇਹਨੇ ਲਿਖਤ ਕੀਤੀ। ਪੜੋਲ ਕਠੂਏ ਬਸੋ ਹਲੀਵਾਰੀ, ਜਿਹੜਾ ਪੜੋਲ ਕਠੂਏ ਤੇ ਬਸੋਲੀ ਦਾ ਇਲਾਕਾ ਜਿੱਥੇ ਛੋਟਾ ਘੱਲੂ ਘਾਰਾ ਹੋਇਆ, ਸਿੰਘ ਸ਼ਹੀਦ ਹੋਏ ਨੇ, ਲਿਹੋ ਬਦਲੇ ਤੁਮ ਦੂਣ ਪਿਸਾਰੀ, ਉਸ ਇਲਾਕੇ 'ਚ ਜਿਹੜੇ ਪਹਾੜੀਏ ਨੇ ਉਹਨਾਂ ਕੋਲੋਂ ਮਾਰ ਕੇ ਬਦਲੇ ਲਵੋ ਸਿੰਘਾਂ ਦੀ ਸ਼ਹੀਦੀ ਦਾ। ਉਗਰਾਹੀਏ ਪੈਸਾ ਜਿੱਤੋ ਪੰਜਾਬ, ਔਰ ਜਿੰਨਾ ਇਹ ਕਿਉਂਕਿ ਇਹ ਪਹਾੜ ਦੀਆਂ ਰਿਆਸਤਾਂ ਵੀ ਸਾਰੀਆਂ ਪੰਜਾਬ 'ਚ ਹੀ ਸਨ ਉਦੋਂ, ਕਹਿੰਦੇ ਸਾਰਾ ਪੰਜਾਬ ਤੁਹਾਡਾ ਤੇ ਤੁਸੀਂ ਇਹਨੂੰ ਉਗਰਾਹੋ। ਹੈ ਪਹਾੜਨ ਮੈਂ ਇਤਨੋ ਤਾਬ, ਔਰ ਕਹਿੰਦੇ ਸਾਰੇ ਪਹਾੜੀ ਦੇ ਇਲਾਕੇ ਜਿੰਨੇ ਤੁਹਾਡੇ ਤਾਬਿਆਂ ਹਨ। ਦੋਹਰਾ ਸੋ ਸਿੰਘ ਇਕੱਤਰ ਭਏ ਕਰਕੇ ਸੋ ਅਰਦਾਸ, ਏਦਾਂ ਸਿੰਘ 100 ਕਰਕੇ ਇਕੱਠੇ ਹੋਣ ਲੱਗੇ। ਜਦੋਂ ਦੀਵਾਨ ਕੌੜਾ ਮੱਲ ਜੀ ਦਾ ਸੁਨੇਹਾ ਆਇਆ, ਅਰਦਾਸ ਕੀਤੀ ਖਾਲਸੇ ਨੇ। ਡੇਰਾ ਕਣੀਏ ਕੇ ਕੀਆ ਚਲੇ ਕੋੜਾ ਮਲ ਪਾਸ, ਕੁਝ ਸਿੰਘ ਪਹਿਲਾਂ ਕਣੀਏ ਕੇ ਬਾਂਗਰ ਦੇ ਕੋਲ ਇਕੱਤਰ ਹੋਏ, ਉੱਥੋਂ ਫਿਰ ਡੇਰਾ ਕਰਕੇ ਸਿੰਘ ਇਕੱਤਰ ਹੋ ਕੇ ਦੀਵਾਨ ਕੌੜਾ ਮੱਲ ਜੀ ਦੇ ਕੋਲ ਲਾਹੌਰ ਨੂੰ ਵਧੇ। ਚੌਪਈ ਤਬ ਆਪਸ ਮੈਂ ਸਿੰਘ ਹੀ ਲੜੇ, ਹੁਣ ਕਈ ਵਾਰੀ ਸਿੰਘਾਂ 'ਚ ਵੀ ਆਪਸ 'ਚ ਮਰੋੜ ਚੂੜਾ ਹੋ ਜਾਂਦਾ ਸੀ। ਖਾਲਸੇ ਦੇ ਬੋਲੇ 'ਚ ਲੜਾਈ ਨਹੀਂ ਕਹਿੰਦੇ, ਜੇ ਸਿੰਘ ਆਪਸ 'ਚ ਲੜ ਪੈਣ ਨਾ ਉਹਨੂੰ ਲੜਾਈ ਨਹੀਂ ਕਹਿੰਦੇ, ਕਹਿੰਦੇ ਮਰੋੜ ਚੂੜਾ ਹੋ ਗਿਆ, ਕੋਈ ਨਹੀਂ ਸ਼ਾਮ ਨੂੰ ਫਿਰ ਇਕੱਠੇ ਹੋ ਜਾਾਂਗੇ। ਕਹਿੰਦੇ ਜਦੋਂ ਸਿੰਘ ਜਾਣ ਲੱਗੇ ਤੇ ਕੋਈ ਸ਼ਿਕਾਰ ਖੇਡਦਿਆਂ
ਆਪਸ ਵਿੱਚ ਹੀ ਕੋਈ ਲੜਾਈ ਪੜਾਈ ਹੋ ਗਈ ਸਿੰਘਾਂ ਦੀ। ਆਪਣੀ ਆਪ ਖੁਆਰੀ ਪਰੇ, ਉਹ ਆਪਸ ਵਿੱਚ ਹੀ ਇੱਕ ਦੂਜੇ ਦੀ ਖੁਆਰੀ ਕਰਨ ਲੱਗੇ। ਹਰੀ ਸਿੰਘ ਭੰਗੀ ਦਗਾ ਕਮਾਇਆ। ਭੰਗੀਆਂ ਦੀ ਮਿਸਲ ਦਾ ਜਥੇਦਾਰ ਸੀ, ਜਥੇਦਾਰ ਹਰੀ ਸਿੰਘ ਭੰਗੀ ਬੜਾ ਯੋਧਾ ਸੀ, ਬੜਾ ਜਰਨੈਲ ਸੀ। ਉਹ ਕਿਤੇ ਰਾਮਗੜੀਆਂ ਦਾ ਭਰਾ ਸੀ ਜੱਸਾ ਸਿੰਘ ਹੋਣਾ ਦਾ, ਖੁਸ਼ਹਾਲ ਸਿੰਘ, ਉਹਦੇ ਨਾਲ ਕਿਤੇ ਲੜਾਈ ਹੋ ਗਈ। ਗੱਲਬਾਤ ਕਰਦੇ ਆ। ਹਾਂਜੀ, ਖੁਸ਼ਹਾਲ ਸਿੰਘ ਰਾਮਗੜੀਆ ਘਾਇਆ। ਤੇ ਦੋਵੇਂ ਲੜ ਪਏ ਸ਼ਿਕਾਰ ਖੇਡਦੇ ਆ ਤੇ ਹਰੀ ਸਿੰਘ ਦੇ ਹੱਥੋਂ ਖੁਸ਼ਹਾਲ ਸਿੰਘ ਮਾਰਿਆ ਗਿਆ। ਏਦਾਂ ਲੜਾਈ ਵੱਧ ਗਈ। ਸਭ ਸਿੰਘਨ ਨੇ ਮਾਨਿਓ ਬੁਰਾ। ਤੇ ਜਦੋਂ ਹਰੀ ਸਿੰਘ ਨੇ ਵਾਅਦਾ ਕੀਤਾ ਵੀ ਤੂੰ ਸਿੰਘ ਕਤਲ ਕਰ ਦਿੱਤਾ, ਦੂਜੇ ਪੰਥ ਨੇ ਫਿਰ ਹਰੀ ਸਿੰਘ ਦੇ ਉੱਤੇ ਹੱਲਾ ਬੋਲ ਦਿੱਤਾ ਵੀ ਤੂੰ ਭਰਾ ਮਾਰਿਆ, ਭਰਾ ਮਾਰੂ ਬਿਰਤੀ ਰੱਖੀ ਹੈ। ਹਾਂਜੀ, ਡੇਰਾ ਭੰਗੀਆਂ ਲੋਟਨ ਕਰਾ। ਜਿਹੜਾ ਭੰਗੀਆਂ ਦੀ ਮਿਸਲ ਦਾ ਡੇਰਾ ਸੀ ਉਹ ਪੰਥ ਨੇ ਲੁੱਟ ਲਿਆ ਜਾ ਕੇ ਸਾਰਾ। ਯਹ ਬਾਤ ਭੰਗੀਆਂ ਸੁਣ ਪਾਈ। ਜਦੋਂ ਹਰੀ ਸਿੰਘ ਭੰਗੀ ਨੇ ਸੁਣਿਆ ਵੀ ਪੰਥ ਸਾਰਾ ਹੀ ਮੇਰੇ ਤੇ ਆਣ ਪਿਆ, ਆਗੇ ਭੰਗੀ ਚਲੇ ਪਰਾਈ। ਉਹਨੇ ਆਪਣੀ ਮਿਸਲ ਚੁੱਕੀ, 10,000 ਬੰਦਾ ਸੀ ਉਹਦੇ ਨਾਲ, ਅੱਗੇ ਨੂੰ ਦੌੜ ਪਿਆ। ਪੰਥ ਦੇ ਨਾਲ ਥੋੜੀ ਲੜਨਾ ਸੀ, ਉਹਨੇ ਪਤਾ ਸੀ ਜੇ ਪੰਥ ਨਾਲ ਮੱਥਾ ਲਾਵਾਂਗਾ ਪੰਥ ਤਾਂ ਅਲਖ ਬੁਕਾ ਦੇਗਾ। ਹਰੀ ਸਿੰਘ ਨੇ ਉਸੇ ਵੇਲੇ 10,000 ਬੰਦਾ ਸੀ, ਉਹਨੇ ਲਾਹੌਰ ਨੂੰ ਡੇਰਾ ਚੱਲ ਦਿੱਤਾ ਵੀ ਚਲੋ ਟਾਈਮ ਪੈ ਜਾਏਗਾ ਵਿੱਚ ਤੇ ਲੜਾਈ ਸ਼ਾਂਤ ਹੋ ਜਾਏਗੀ। ਦੋਹਰਾ 10,000 ਭੰਗੀ ਭਜੇ ਸਿੰਘ ਬੜੇ ਲੈ 20। ਪੰਥ ਦੀ ਗਿਣਤੀ ਬਾਕੀ ਸਿੰਘਾਂ ਦੀ 20,000 ਸੀ ਤੇ ਹਰੀ ਸਿੰਘ ਭੰਗੀ ਨਾਲ 10,000। ਸਭ ਤੋਂ ਬਲੀ ਮਿਸਲ ਜਿਹੜੀ ਰਹੀ ਹੈ ਨਾ 11 ਮਿਸਲਾਂ ਚੋਂ, ਉਹ ਭੰਗੀਆਂ ਦੀ ਮਿਸਲ ਸੀ। ਬੜੇ ਬਲਵਾਨ, ਬੜੇ ਯੋਧੇ ਸਨ। ਜਥੇਦਾਰ ਹਰੀ ਸਿੰਘ ਜੀ ਇੰਨੇ ਜਰਨੈਲ, ਲਾਹੌਰ ਤੇ ਕਈ ਵਾਰੀ ਕਬਜ਼ਾ ਕਰ ਲੈਂਦੇ ਸੀ, ਇਹੋ ਜਿਹੇ ਯੋਧੇ ਸੀ। ਹਾਂਜੀ, ਇਮ ਕਰ ਏ ਸਿੰਘ ਭੇ ਲੜਨੇ ਵਾਲੇ 30। ਲਾਹੌਰ ਤੱਕ ਜਾਂਦਿਆਂ ਜਾਂਦਿਆਂ ਸਿੰਘਾਂ ਨੇ ਵੈਰ ਵੀ ਮੁਕਾ ਦਿੱਤਾ। ਕਣੀਆਂ ਕੇ ਬਾਂਗਰ ਕਿੰਨਾ ਹੈ, ਬਟਾਲੇ ਦੇ ਨੇੜੇ ਪਿੰਡ ਹੈ, ਤੇ ਲਾਹੌਰ ਉੱਥੋਂ ਕਿੰਨਾ ਕੁ ਪੈਂਦਾ, ਉੱਥੇ ਜਾਂਦਿਆਂ 1-2 ਦਿਨਾਂ 'ਚ ਵੈਰ ਖਤਮ ਕਰ ਲਿਆ। ਪਈ ਔਰ ਡੇਰਾ ਜਾ ਪਇਓ ਲਾਹੌਰ। ਏਦਾਂ ਲਾਹੌਰ ਦੇ ਨੇੜੇ ਤੇੜੇ ਜਾ ਕੇ ਖਾਲਸੇ ਨੇ ਡੇਰਾ ਪਾ ਲਿਆ। ਸ਼ਾਲਾ ਮਾਰ ਬਾਗ ਕੇ ਧੌਰ। ਜਿਹੜਾ ਸ਼ਾਲੀਮਾਰ ਬਾਗ ਹੈ ਲਾਹੌਰ ਦੇ, ਉੱਥੇ ਆ ਕੇ ਪੰਥ ਨੇ ਡੇਰਾ ਕੀਤਾ। ਸਿੰਘ ਲਾਹੌਰੀ ਦਰਵਾਜੇ ਆਏ। ਲਾਹੌਰੀ ਦਰਵਾਜੇ ਕੋਲ ਸਿੰਘ ਪਹੁੰਚ ਗਏ। ਦੇਖੇ ਕਸਾਈ ਗਊ ਫੜਾਏ। ਕੀ ਵੇਖਿਆ ਉੱਥੇ? ਕਸਾਈ ਗਊਆਂ ਮਾਰ ਰਹੇ ਸੀ। ਜਦੋਂ ਸਿੰਘ ਫਿਰਦੇ ਫਿਰਦੇ ਕੁਝ ਜਿਵੇਂ ਲਾਹੌਰ ਦਾ ਕਹਿੰਦੇ ਬਾਜ਼ਾਰ ਵੇਖ ਕੇ ਆਈਏ, ਪਹਿਲੀ ਵਾਰ ਮੌਕਾ ਮਿਲਿਆ ਸੀ ਸਿੰਘਾਂ ਨੂੰ। ਲਾਹੌਰ ਕਿੱਥੇ ਆਉਂਦੇ ਸੀ? ਸੇਰੀ ਲੈ ਕੇ ਆਉਂਦੇ ਸੀ ਸਿੰਘਾਂ ਦੇ। ਹੁਣ ਸਿੰਘ ਬੜੀ ਸ਼ਾਨ ਨਾਲ ਆ ਰਹੇ ਨੇ ਕਿਉਂਕਿ ਮਦਦ ਵਾਸਤੇ ਸੱਦਿਆ ਸੀ ਮੀਰ ਮੰਨੂ ਨੇ। ਤੇ ਕੁਝ ਕੁ ਸਿੰਘ ਜਿਵੇਂ 15, 20, 50 ਉਹ ਵੇਖਣ ਚੱਲੇ ਲਾਹੌਰ ਦਾ ਬਾਜ਼ਾਰ। ਤੇ ਕੀ ਵੇਖਿਆ ਵੀ ਕਸਾਈ ਗਊ ਮਾਰ ਰਹੇ ਨੇ। 100 ਸਿੰਘਨ ਨੇ ਦੀਨੇ ਮਾਰ। ਉਹ ਜਿਹੜੇ ਕਸਾਈ ਸੀ ਉੱਥੇ 5-10 ਉਹ ਸਿੰਘਾਂ ਨੇ ਜਾਂਦੇ ਹੀ ਝੜਕ ਦਿੱਤੇ। ਉਹ ਮਲੇਛੋ ਗਾਵਾਂ ਮਾਰਦੇ ਹੋ, ਉਹ ਕਸਾਈਆਂ ਨੂੰ ਝੜਕ ਦਿੱਤਾ। ਭਈ ਦਰਵਾਜਨ ਮੇ ਹੜਤਾਰ। ਇੱਕਦਮ ਦਰਵਾਜ਼ਿਆਂ 'ਚ ਹੜਤਾਲ। ਲਾਹੌਰ ਦੇ ਸਾਰੇ ਦਰਵਾਜ਼ਿਆਂ 'ਚ ਗੱਲ ਫੈਲ ਗਈ ਵੀ ਏਦਾਂ ਕਸਾਈ ਮਾਰ ਦਿੱਤੇ ਨੇ। ਸ਼ਹਿਰ ਲੋਕਨ ਫਿਰ ਸਿੰਘ ਫੌਜ ਮਾਰੀ। ਉਹ ਲਾਹੌਰ ਦਾ ਤੁਰਕਾਂ ਦਾ ਹੀ ਬਾਜ਼ਾਰ ਸੀ ਸਾਰਾ। ਉਹ ਸਾਰੇ ਸਿੰਘਾਂ ਦੇ ਆ ਕੇ ਉਹਨਾਂ ਦੇ ਗਲ ਪੈ ਗਏ। ਇਹਾਂ ਪੀ ਸਿੰਘਨ ਭਾਈ ਖੁਆਰੀ। ਏਦਾਂ ਕੁਝ ਸਿੰਘ ਫਿਰ ਸ਼ਹੀਦੀ ਵੀ ਪਾ ਗਏ। ਚਲੋ ਕਿਸੇ ਤਰੀਕੇ ਉਹ ਮਤਾ ਸ਼ਾਂਤ ਹੋਇਆ। ਦੋਹਰਾ ਪਹਿਰ ਤੀਸਰੇ ਪੀ ਸੁਖਾ ਚੜ ਸੁਖਾ ਸਿੰਘ ਤਖਾਣ। ਦੁਪਹਿਰ ਦਾ ਸਮਾਂ ਸੀ, ਤੀਜੇ ਪਹਿਰ ਦਾ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ, ਉਹ ਲਾਹੌਰ ਹੀ ਉਤਰੇ ਹੋਏ ਸੀ ਪੰਥ ਦੇ ਨਾਲ। ਤੇ ਪਾਰਲੇ ਪਾਸੇ ਦਰਿਆ ਦੇ ਅਬਦਾਲੀ ਦੀਆਂ ਫੌਜਾਂ ਉਤਰੀਆਂ ਹੋਈਆਂ ਸੀ ਜਿੱਥੇ ਲੜਾਈ ਹੋਣੀ ਸੀ। ਸੁੱਖਾ ਸਿੰਘ ਜੀ ਦੁਪਹਿਰ ਦਾ ਸਮਾਂ ਸ਼ਰਦਾਈਆਂ ਛਕ ਕੇ ਤੇ ਉਹ ਜਿਵੇਂ ਸਰੀਰ ਦੀ ਕਿਰਿਆ ਕਰਨ ਵਾਸਤੇ ਪਿਛਲੇ ਪਹਿਰ ਸ਼ਾਮ ਨੂੰ ਤੀਜੇ ਪਹਿਰ ਤੋਂ ਉਹ ਦਰਿਆ ਪਾਰ ਕਰਕੇ ਚਲੇ ਗਏ। ਉੱਥੇ ਜਾ ਕੇ ਜਿਵੇਂ ਭਾਈ ਸੁੱਖਾ ਸਿੰਘ ਜੀ ਨੇ ਸ਼ਹੀਦੀ ਪਾਈ ਹੈ, ਉਸ ਮਹਾਨ ਜਰਨੈਲ ਦੀ ਸ਼ਹੀਦੀ ਦਾ ਸਾਕਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਇਹ ਕੁਝ ਜਿਹੜੇ ਬਚਨ ਨੇ, ਜਿਵੇਂ
ਮੀਰ ਮੰਨੂ ਦੇ ਸਬੰਧ ਜਾਂ ਮੁਹੰਮਦ ਸ਼ਾਹ ਦੇ ਮਰਨ ਤੋਂ ਬਾਅਦ 4 ਕਾਜ਼ੀਆਂ ਦੇ ਜਾਂ ਕਹਿ ਲਈਏ ਉਹਨਾਂ ਦੇ 4 ਮੰਤਰੀਆਂ ਦੇ, ਇਹ ਵਿਸਥਾਰ ਦੇ ਨਾਲ ਇੱਥੇ ਜ਼ਿਕਰ ਨਹੀਂ ਆਇਆ ਤੇ ਕਈ ਵਾਰੀ ਸੁਣਨ ਵਾਲੇ ਬੋਰ ਵੀ ਹੋ ਜਾਂਦੇ ਹੈ। ਪਰ ਇਹ ਇਤਿਹਾਸ ਹੈ, ਇਤਿਹਾਸ ਦੇ ਨਾਲ ਨਾਲ ਚੱਲਣਾ ਪੈਂਦਾ ਤੇ ਪੰਥ ਦਾ ਇਤਿਹਾਸ ਭਾਈ ਸਾਹਿਬ ਨੇ ਲਿਖਿਆ। ਉਹਨਾਂ ਨੇ ਥੋੜਾ ਥੋੜਾ ਨਾਲ ਇਹਨਾਂ ਦਾ ਵੀ ਵੇਰਵਾ ਦੇ ਦਿੱਤਾ, ਕਿਉਂਕਿ ਜਿੱਥੇ ਆ ਕੇ ਪੰਥ ਨਾਲ ਜੁੜਦਾ। ਜੇ ਕਿਸੇ ਨੇ ਪੜ੍ਹਨਾ ਹੋਵੇ ਇਤਿਹਾਸ, ਸਿੱਖ ਰਾਜ ਕਿਵੇਂ ਬਣਿਆ ਤੇ ਕਿਵੇਂ ਗਿਆ, ਇਹ 2 ਪੁਸਤਕਾਂ ਸੋਹਣ ਸਿੰਘ ਸ਼ੀਤਲ ਦੀਆਂ ਲਿਖੀਆਂ ਨੇ, ਉਹ ਲੈ ਕੇ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਇੰਦੂ ਭੂਸ਼ਣ ਬੈਨਰਜੀ ਨੇ ਸਿੱਖ ਇਤਿਹਾਸ ਲਿਖਿਆ, ਉਹ ਲੈ ਕੇ ਪੜ੍ਹ ਸਕਦੇ ਹੋ। ਡਾਕਟਰ ਗੰਡਾ ਸਿੰਘ ਹੋਣਾ ਨੇ ਸਿੱਖ ਇਤਿਹਾਸ ਲਿਖਿਆ, ਲੈ ਕੇ ਪੜ੍ਹ ਸਕਦੇ ਹੋ। ਇੱਦਾਂ ਵਿਦਵਾਨਾਂ ਦੀਆਂ ਪੁਸਤਕਾਂ ਨੇ, ਉਹ ਲੈ ਕੇ ਆਪ ਜੀ ਪੜ੍ਹਿਆ ਕਰੋ। ਭਾਈ ਇਤਿਹਾਸ ਹੈ, ਗੁਰੂ ਕੇ ਪੰਥ ਦਾ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ, ਬੇਨਤੀ ਹੈ ਪ੍ਰਬੰਧ ਵੱਲੋਂ, ਗੁਰਦੁਆਰਾ ਸਾਹਿਬ ਵੱਲੋਂ, ਹੈਡ ਗ੍ਰੰਥੀ ਸਾਹਿਬ ਵੱਲੋਂ, ਕਿ ਜਦੋਂ ਸ਼ਾਮ ਨੂੰ ਕਥਾ ਹੁੰਦੀ ਹੈ, ਕਥਾ ਦੇ ਟਾਈਮ ਰਸਤੇ ਵਿੱਚ ਜਿਹੜੇ ਜੰਗਲੇ ਲੱਗੇ, ਜੰਗਲਿਆਂ ਦੇ ਨਾਲ ਰਸਤੇ ਵਿੱਚ ਸੰਗਤਾਂ ਬੈਠ ਜਾਂਦੀਆਂ ਨੇ ਤੇ ਜਿਹੜੀਆਂ ਦੂਜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ, ਉਹਨਾਂ ਨੂੰ ਰਸਤੇ ਦੇ ਵਿੱਚ ਅੜਚਣ ਆਉਂਦੀ ਹੈ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਪਿਛਲੇ ਪਾਸੇ ਵੀ ਮਾਤਾਵਾਂ ਦੇ ਖਾਲੀ ਥਾਂ ਪਈ ਹੁੰਦੀ ਹੈ, ਵੀ ਰਸਤੇ 'ਚ ਬਹਿਣ ਦੀ ਬਜਾਏ ਪਿੱਛੇ ਬਹਿ ਜਾਇਆ ਕਰੋ। ਉੱਥੇ ਵੀ ਗੁਰੂ ਸਾਹਿਬ ਦੀ ਦ੍ਰਿਸ਼ਟੀ ਜਾਂਦੀ ਹੈ ਤੁਹਾਡੇ ਤੇ। ਇਹਦੇ ਵੀ ਉੱਥੇ ਮਹਾਰਾਜ ਜੀ ਨੇ ਵੇਖਣਾ ਨਹੀਂ, ਵੀ ਰਾਹ ਦੇ ਵਿੱਚ ਹੀ ਬੈਠਣਾ ਹੁੰਦਾ ਹੈ। ਇਹ ਬੇਨਤੀਆਂ ਅੱਗੇ ਵੀ ਕਈ ਵਾਰੀ ਕੀਤੀਆਂ ਜਾਂਦੀਆਂ ਹਨ। ਤੋ ਸੰਗਤ ਦੇ ਚਰਨਾਂ 'ਚ ਬੇਨਤੀ ਆ ਵੀ ਬਹੁਤ ਜਗ੍ਹਾ ਹੈ ਦਰਬਾਰ ਵਿੱਚ, ਤੋ ਰਸਤੇ ਵਿੱਚ ਬੈਠਣ ਦੀ ਬਜਾਏ ਜਿੱਥੇ ਪਿਛਲੇ ਪਾਸੇ ਦੀਵਾਨ ਦੇ ਵਿੱਚ ਖਾਲੀ ਜਗ੍ਹਾ ਹੈ, ਉੱਥੇ ਸਾਜਿਆ ਕਰੋ। ਇਹ ਬੇਨਤੀ ਪ੍ਰਬੰਧ ਵੱਲੋਂ ਆਪ ਜੀ ਨੇ ਪ੍ਰਵਾਨ ਕਰਨੀ। ਗੁਰਦੁਆਰਾ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ ਵਿਖੇ ਅੱਜ ਰਾਤ ਦੇ ਸਮਾਗਮ 7 ਤੋਂ ਤਕਰੀਬਨ 9 ਵਜੇ ਤੱਕ ਸੱਜ ਰਹੇ ਨੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਉਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੈ ਪੁਰਨ ਹੈ ਸਰਬ ਮੈਂ, ਦੁਖ ਭੰਜਨ ਗੁਣਦਾਸ, ਹੈ ਸੰਗੀ ਹੈ ਨਿਰੰਕਾਰ, हे निर्गुण सब टेक, हे गोबिंद हे गुण निधान, जाके सदा विवेक, हे अपरंपर हर हरे, कह भी हो बनहार, हे संत कै सदा संग, दारा आधार, हे ठाकुर हूँ दासरो, मैं निर्गुण गुण नहीं कोई, नानक दीजै नाम दान, राखो ही है परो, आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तरे पार, जो शरदा कर से बंदे, गुर पार उतारण हार, वाहिगुरु नाम जहाज है, चढ़े सो तरे पार, जो शरदा कर से बंदे, गुर पार उतारण हार। वाहिगुरु जी का खालसा, वाहिगुरु जी की फतेह।
ਵਾਹਿਗੁਰੂ ਵਾਹਿਗੁਰੂ।
रसिया आप रस आपे रावण हार आपे रसिया आप रस आपे रावण हार आपे होवे चोलड़ा आपे होवे चोलड़ा आपे सेज अवतार आपे सेज अवतार रंग रता मेरा साहिब रंग रता मेरा साहिब राम रहे भरपूर रंगरता मेरा साहिब रंगरता मेरा साहिब आपे